ਐਂਪਰਰ ਦੇ ਨਵੇਂ ਕੱਪੜੇ। ਕਈ ਸਾਲ ਪਹਿਲਾਂ ਦੂਰ ਇੱਕ ਰਾਜ ਵਿੱਚ ਇੱਕ ਘਮੰਡੀ ਸਮਰਾਟ ਰਹਿੰਦਾ ਹੁੰਦਾ ਸੀ। ਇਸ ਸਮਰਾਟ ਨੂੰ ਕੱਪੜਿਆਂ ਨਾਲ ਬਹੁਤ ਪਿਆਰ ਸੀ ਅਤੇ ਉਹ ਆਪਣੇ ਸਾਰੇ ਪੈਸੇ ਕੱਪੜਿਆਂ ਦੇ ਠਾਠ-ਬਾਠ ਤੇ ਹੀ ਖਰਚ ਕਰਦਾ ਸੀ ਤਾਂ ਜੋ ਸੋਹਣਾ ਵਿਖੇ। ਉਹ ਆਪਣਾ ਜ਼ਿਆਦਾਤਰ ਸਮਾਂ ਨਵੇਂ ਕੱਪੜਿਆਂ ਨੂੰ ਪਾ ਕੇ ਵੇਖਣ ਵਿੱਚ ਸ਼ੀਸ਼ੇ ਦੇ ਸਾਹਮਣੇ ਹੀ ਗੁਜ਼ਾਰਦਾ ਸੀ। ਟੇਲਰ, ਮੈਂ ਕਿਵੇਂ ਦਾ ਦਿਖ ਰਿਹਾ? ਕੀ ਇਹ ਮੇਰੇ ਤੇ ਜੱਚ ਰਿਹਾ ਹੈ? ਬੇਸ਼ੱਕ ਮੇਰੇ ਮਹਾਰਾਜ, ਤੁਸੀਂ ਕੁਝ ਵੀ ਪਾਓ, ਤੁਹਾਡੇ ਤੇ ਬਹੁਤ ਜੱਚਦਾ ਹੈ। ਸਮਰਾਟ ਦਾ ਰਾਜ ਵੀ ਇੱਕ ਮਜ਼ੇਦਾਰ ਜਗ੍ਹਾ ਸੀ। ਬਾਜ਼ਾਰ ਵਿੱਚ ਵੇਚਣ ਦੇ ਲਈ ਰੰਗੀਨ ਕੱਪੜੇ, ਜ਼ੇਵਰ ਤੇ ਰੰਗ-ਬਿਰੰਗੀਆਂ ਚੀਜ਼ਾਂ ਸੀ। ਇੱਕ ਦਿਨ ਦੋ ਕੌਨਮੈਨ ਬਾਜ਼ਾਰ ਵਿੱਚ ਆਏ। ਉਹਨਾਂ ਨੇ ਖੁਦ ਨੂੰ ਦਰਜੀ ਦੇ ਰੂਪ ਵਿੱਚ ਪੇਸ਼ ਕੀਤਾ ਜੋ ਦੁਨੀਆ ਦਾ ਸਭ ਤੋਂ ਵਧੀਆ ਕੱਪੜਾ ਬਣਾਉਂਦੇ ਸੀ। ਉਹਨਾਂ ਨੂੰ ਪਤਾ ਸੀ ਕਿ ਸਮਰਾਟ ਰੰਗ-ਬਿਰੰਗੀ ਤੇ ਅਤਰੰਗੇ ਕੱਪੜਿਆਂ ਦਾ ਸ਼ੌਕ ਰੱਖਦਾ ਹੈ। ਉਹਨਾਂ ਨੇ ਉਸੇ ਵੇਲੇ ਬਾਜ਼ਾਰ ਵਿੱਚ ਅਫਵਾਹ ਫੈਲਾ ਦਿੱਤੀ ਕਿ ਜੋ ਕੱਪੜਾ ਉਹ ਬਣਾਉਂਦੇ ਨੇ ਉਹ ਸਪੈਸ਼ਲ ਕੱਪੜੇ ਦੀ ਖਾਸੀਅਤ ਇਹ ਸੀ ਕਿ ਜੋ ਲੋਕੀ ਆਪਣੀ ਨੌਕਰੀ ਦੇ ਕਾਬਿਲ ਨਹੀਂ ਸੀ ਅਤੇ ਜੋ ਮੂਰਖ ਨੇ ਉਹ ਇਹ ਕੱਪੜਾ ਨਹੀਂ ਵੇਚ ਸਕਣਗੇ। ਜ਼ਾਹਿਰ ਹੈ ਸਮਰਾਟ ਨੇ ਵੀ ਇਸ ਅਫਵਾਹ ਦੇ ਬਾਰੇ ਵਿੱਚ ਸੁਣਿਆ। ਕਮਾਲ ਕਮਾਲ! ਜੇ ਮੈਂ ਕੱਪੜੇ ਪਾਉਂਦਾ ਹਾਂ ਤਾਂ ਮੈਂ ਫਟਾਫਟ ਪਛਾਣ ਸਕਾਂਗਾ ਕਿ ਮੇਰੇ ਕਰਮਚਾਰੀਆਂ ਵਿੱਚੋਂ ਕੌਣ ਆਪਣੇ ਕੰਮ ਦੇ ਲਾਇਕ ਨਹੀਂ ਹੈ ਤੇ ਮੈਂ ਬੇਵਕੂਫਾਂ ਨੂੰ ਵੀ ਪਛਾਣ ਸਕਾਂਗਾ। ਇਸ ਟੇਲਰ ਨੂੰ ਹੁਣੇ ਪੇਸ਼ ਕੀਤਾ ਜਾਵੇ। ਫਿਰ ਉਹ ਫਰਜ਼ੀ ਦਰਜੀ ਸਮਰਾਟ ਨੂੰ ਮਿਲਣ ਵਾਸਤੇ ਆਏ। ਮੈਂ ਚਾਹੁੰਦਾ ਕਿ ਤੁਹਾਡੇ ਕੋਲ ਜਿਹੜਾ ਵਧੀਆ ਕੱਪੜਾ ਹੈ ਉਸ ਨਾਲ ਮੇਰੇ ਵਾਸਤੇ ਇੱਕ ਸ਼ਾਨਦਾਰ ਸੂਟ ਸਿਲਾ ਕੇ ਦਿਓ। ਜੇ ਮੈਨੂੰ ਪਸੰਦ ਆ ਗਿਆ ਤਾਂ ਤੁਹਾਡੀ ਮੰਗ ਤੋਂ ਮੈਂ ਵੱਧ ਭੁਗਤਾਨ ਕਰਾਂਗਾ। ਜੇ ਮੈਨੂੰ ਪਸੰਦ ਨਹੀਂ ਆਇਆ ਤਾਂ ਮੇਰੇ ਮਹਾਰਾਜ, ਤੁਸੀਂ ਬਿਲਕੁਲ ਚਿੰਤਾ ਨਾ ਕਰੋ। ਅਸੀਂ ਤੁਹਾਡੇ ਲਈ ਅਜਿਹਾ ਲਾਜਵਾਬ ਸੂਟ ਬਣਾਵਾਂਗੇ ਜਿਸ ਦੇ ਵਰਗਾ ਹੋਰ ਕੋਈ ਨਹੀਂ ਹੋਵੇਗਾ। ਮੇਰੇ ਮਹਾਰਾਜ, ਕੀ ਰੰਗ ਤੁਸੀਂ ਪਸੰਦ ਕਰੋਗੇ ਜਾਂ ਅਸੀਂ ਤੁਹਾਡੇ ਲਈ ਚੁਣੀਏ? ਤੁਸੀਂ ਹੀ ਚੁਣੋ। ਫਟਾਫਟ ਕੰਮ ਸ਼ੁਰੂ ਕਰੋ। ਤੁਹਾਡੀ ਸ਼ੁਰੂਆਤੀ ਲਾਗਤ ਦੇ ਲਈ ਇਹ ਤੁਹਾਨੂੰ ਭੁਗਤਾਨ ਕਰਨਗੇ। ਦਰਜੀਆਂ ਨੇ ਉਸੇ ਵੇਲੇ ਇੱਕ ਖਾਨਾ ਲਾਇਆ ਤੇ ਕੰਮ ਸ਼ੁਰੂ ਹੋਇਆ। ਪਰ ਕਿਹਾ ਜਾਂਦਾ ਹੈ ਕਿ ਉੱਥੇ ਵੇਖਣ ਵਾਸਤੇ ਕੁਝ ਵੀ ਨਹੀਂ ਸੀ। ਉਹਨਾਂ ਨੂੰ ਸੁਨਹਿਰੇ ਧਾਗੇ ਤੇ ਬਿਹਤਰੀਨ ਰੇਸ਼ਮ ਤੇ ਸਾਰੀ ਤਰ੍ਹਾਂ ਦੇ ਗਹਿਣੇ ਖਰੀਦਣ ਵਾਸਤੇ ਕਿਹਾ ਗਿਆ। ਪਰ ਉਹਨਾਂ ਨੂੰ ਜੋ ਮਿਲਿਆ ਉਹਨਾਂ ਨੇ ਆਪਣੇ ਬੈਗ ਵਿੱਚ ਰੱਖਿਆ ਤੇ ਖਾਲੀ ਲੂਮ ਤੇ ਦੇਰ ਤੱਕ ਕੰਮ ਕਰਦੇ ਰਹੇ। ਸਮਰਾਟ ਬੜਾ ਬੇਤਾਬ ਸੀ ਤੇ ਵੇਖਣਾ ਚਾਹੁੰਦਾ ਸੀ ਕਿ ਦਰਜੀ ਉਹਦੇ ਲਈ ਕਿਵੇਂ ਦਾ ਸੂਟ ਬਣਾ ਰਹੇ ਨੇ। ਪਰ ਉਹ ਇਸ ਗੱਲ ਤੋਂ ਵੀ ਡਰਿਆ ਹੋਇਆ ਸੀ ਕਿ ਜੋ ਮੂਰਖ ਨੇ ਤੇ ਆਪਣੇ ਪਦ ਦੇ ਲਾਇਕ ਨਹੀਂ ਉਹ ਸੂਟ ਨਹੀਂ ਵੇਖ ਸਕਦੇ। ਵੈਸੇ ਮੇਰੇ ਲਈ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ। ਫੇਰ ਵੀ ਮੈਂ ਆਪਣੇ ਭਰੋਸੇਮੰਦ ਮੰਤਰੀ ਨੂੰ ਭੇਜਦਾ ਹਾਂ। ਉਹ ਬਹੁਤ ਅਕਲਮੰਦ ਤਾਂ ਹੈ ਹੀ ਤੇ ਮੇਰਾ ਸਭ ਤੋਂ ਵਧੀਆ ਮੰਤਰੀ ਵੀ ਹੈ। ਤਾਂ ਦਿਲਦਾਰ ਤੇ ਇਮਾਨਦਾਰ ਮੰਤਰੀ ਕਮਰੇ ਵਿੱਚ ਦਾਖਲ ਹੋਇਆ ਜਿੱਥੇ ਦੋ ਕੌਨਮੈਨ ਖਾਲੀ ਲੂਮ ਤੇ ਕੰਮ ਕਰ ਰਹੇ ਸੀ। ਉਹਨੇ ਆਪਣੀਆਂ ਅੱਖਾਂ ਚੌੜੀਆਂ ਕੀਤੀਆਂ। ਪਰ ਕੀ ਇਹ ਅਸਲ ਵਿੱਚ ਹੋ ਸਕਦਾ ਹੈ ਕਿ ਅਸਲ ਵਿੱਚ ਉਹ ਕੁਝ ਵੀ ਨਾ ਵੇਖ ਸਕੇ? ਉਹ ਕਿਸੇ ਨੂੰ ਦੱਸ ਵੀ ਨਹੀਂ ਸਕਿਆ। ਦੋ ਕੌਨਮੈਨ ਨੇ ਉਹਨੂੰ ਨੇੜੇ ਬੁਲਾਇਆ। ਕਿਰਪਾ ਕਰਕੇ ਮੈਨੂੰ ਦੱਸੋ ਮੰਤਰੀ ਜੀ ਕਿ ਤੁਸੀਂ ਕਦੇ ਇੰਨੇ ਸੋਹਣੇ ਕਾਰਾਗੀਰੀ ਦੇ ਇੰਨੇ ਸ਼ਾਨਦਾਰ ਰੰਗ ਵੇਖੇ ਨੇ? ਵੇਖੋ, ਇਮਾਨਦਾਰੀ ਨਾਲ ਕਵਾਂ ਤਾਂ ਸੱਚੀ ਮੈਂ ਅੱਜ ਤੱਕ ਅਜਿਹੇ ਰੰਗ ਤੇ ਕਾਰਾਗਰੀ ਨਹੀਂ ਵੇਖੀ। ਇਹ ਬਹੁਤ ਹੀ ਵਧੀਆ ਹੈ। ਸਮਰਾਟ ਨੂੰ ਜ਼ਰੂਰ ਪਸੰਦ ਆਵੇਗੀ। ਜੋ ਵੀ ਕਿਹਾ ਗਿਆ, ਮੰਤਰੀ ਨੇ ਸੋਚਿਆ ਜਾਂ ਤਾਂ ਮੈਂ ਮੂਰਖ ਹਾਂ ਜਾਂ ਮੈਂ ਸਮਰਾਟ ਦੇ ਮੰਤਰੀ ਪਦ ਦੇ ਕਾਬਿਲ ਨਹੀਂ ਹਾਂ। ਹੋਰ ਕੋਈ ਵਿਕਲਪ ਨਾ ਹੋਣ ਕਰਕੇ ਬਿਨਾਂ ਕੁਝ ਕਹੇ ਉਹ ਕਮਰੇ ਤੋਂ ਬਾਹਰ ਆ ਗਿਆ। ਸਮਰਾਟ ਮੰਤਰੀ ਦੀ ਰਾਏ ਨੂੰ ਜਾਣਨ ਲਈ ਬੜੀ ਬੇਸਬਰੀ ਨਾਲ ਉਹਦਾ ਇੰਤਜ਼ਾਰ ਕਰ ਰਿਹਾ ਸੀ। ਆਖਰਕਾਰ ਮੰਤਰੀ ਸਮਰਾਟ ਨੂੰ ਮਿਲਣ ਗਿਆ ਤੇ ਉਹਨਾਂ ਨੂੰ ਡਿਜ਼ਾਈਨ ਦੀ ਖੂਬਸੂਰਤੀ ਤੇ ਸੂਟ ਦੇ ਕਮਾਲ ਦੇ ਰੰਗਾਂ ਬਾਰੇ ਦੱਸਣ ਲੱਗਾ। ਸਮਰਾਟ ਬਹੁਤ ਖੁਸ਼ ਹੋਇਆ। ਇਸ ਤਰ੍ਹਾਂ ਦਰਜੀ ਹੋਰ ਜ਼ਿਆਦਾ ਸੁਨਹਿਰੇ ਧਾਗੇ ਤੇ ਰੇਸ਼ਮ ਦੀ ਮੰਗ ਕਰ ਸਕੇ ਜੋ ਉਹਨਾਂ ਨੇ ਆਪਣੇ ਬੈਗ ਵਿੱਚ ਪਾ ਲਏ। ਲੂਮ ਵਿੱਚ ਇੱਕ ਵੀ ਧਾਗਾ ਨਜ਼ਰ ਨਹੀਂ ਆ ਰਿਹਾ ਸੀ। ਫਿਰ ਵੀ ਦਰਜੀ ਲਗਾਤਾਰ ਕੰਮ ਕਰਦੇ ਰਹੇ। ਕੁਝ ਸਮੇਂ ਬਾਅਦ ਸਮਰਾਟ ਨੇ ਆਪਣੇ ਇੱਕ ਹੋਰ ਭਰੋਸੇਮੰਦ ਮੰਤਰੀ ਨੂੰ
ਸੂਟ ਨੂੰ ਵੇਖਣ ਦੇ ਲਈ ਭੇਜਿਆ। ਮੰਤਰੀ ਨੇ ਕਮਰੇ ਵਿੱਚ ਚਲਾਕ ਨਜ਼ਰ ਮਾਰੀ, ਪਰ ਉੱਥੇ ਕੁਝ ਵੀ ਨਹੀਂ ਸੀ ਤਾਂ ਉਹਨੂੰ ਵੀ ਕੁਝ ਵੀ ਨਜ਼ਰ ਨਹੀਂ ਆਇਆ। ਕਿੰਨਾ ਸੋਹਣਾ ਕੱਪੜਾ ਹੈ ਨਾ? ਮੰਤਰੀ ਸੋਚਣ ਲੱਗਾ, ਮੈਂ ਬੇਸ਼ੱਕ ਮੂਰਖ ਤਾਂ ਨਹੀਂ ਹਾਂ, ਪਰ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਪਦ ਦੇ ਲਾਇਕ ਨਹੀਂ ਹਾਂ। ਇਹ ਮਾੜੀ ਗੱਲ ਹੈ, ਪਰ ਮੈਨੂੰ ਇਹ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ। ਸਮਰਾਟ ਦੇ ਕੋਲ ਵਾਪਸ ਜਾਣ ਤੇ ਮੰਤਰੀ ਨੇ ਸੂਟ ਦੀ ਤਾਰੀਫ ਕੀਤੀ ਤੇ ਉਹਨੇ ਇਹ ਵੀ ਕਿਹਾ ਕਿ ਰੰਗਾਂ ਦੀ ਅਜਿਹੀ ਸੁੰਦਰਤਾ ਤੇ ਡਿਜ਼ਾਈਨ ਵੇਖ ਕੇ ਉਹ ਤਾਂ ਹੈਰਾਨ ਹੀ ਰਹਿ ਗਿਆ। ਇਹ ਸੁਣ ਕੇ ਸਮਰਾਟ ਬਹੁਤ ਖੁਸ਼ ਹੋਇਆ ਅਤੇ ਉਹ ਸੂਟ ਵੇਖਣ ਦੇ ਲਈ ਹੁਣ ਬਹੁਤ ਉਤਾਵਲਾ ਸੀ। ਰਾਜ ਵਿੱਚ ਹਰ ਕੋਈ ਇਸ ਸ਼ਾਨਦਾਰ ਕੱਪੜੇ ਦੀ ਗੱਲ ਕਰ ਰਿਹਾ ਸੀ। ਹਰ ਕੋਈ ਜਾਣਦਾ ਸੀ ਕਿ ਸਿਰਫ ਬੁੱਧੀਮਾਨ ਹੀ ਇਹਨੂੰ ਵੇਖ ਸਕਦੇ ਨੇ। ਹੁਣ ਸਮਰਾਟ ਵੀ ਇਹਨੂੰ ਵੇਖਣਾ ਚਾਹੁੰਦਾ ਸੀ ਤਾਂ ਉਹਨੇ ਆਪਣੇ ਮੰਤਰੀਆਂ ਨੂੰ ਨਾਲ ਲਿਆ ਤੇ ਕਮਰੇ ਵਿੱਚ ਚਲਾ ਗਿਆ ਜਿੱਥੇ ਦਰਜੀ ਕੰਮ ਕਰ ਰਹੇ ਸੀ। ਖਾਲੀ ਲੂਮ ਤੇ ਕੜੀ ਮਿਹਨਤ ਕਰ ਰਹੇ ਕੌਨਮੈਨ ਨੇ ਸਮਰਾਟ ਨੂੰ ਸਲਾਮ ਕੀਤਾ। ਦੋਨੋਂ ਮੰਤਰੀਆਂ ਨੇ ਸਮਰਾਟ ਦੇ ਸਾਹਮਣੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਵੈਸੇ ਇਹ ਵਾਕਈ ਅਨਮੋਲ ਹੈ ਨਾ? ਹਾਂ, ਬੁਣਾਈ ਵੀ ਬਹੁਤ ਬਿਹਤਰ ਲੱਗ ਰਹੀ ਹੈ। ਇਸ ਦੀ ਕਾਰਾਗਰੀ ਤੇ ਰੰਗ ਨੂੰ ਤਾਂ ਵੇਖੋ। ਮਹਾਰਾਜ, ਤੁਹਾਡਾ ਕੀ ਖਿਆਲ ਹੈ? ਸਮਰਾਟ ਨੇ ਖਾਲੀ ਲੂਮ ਤੇ ਇੱਕ ਲੰਮੀ ਤੇ ਸਖਤ ਨਜ਼ਰ ਪਾਈ ਤੇ ਬੇਸ਼ੱਕ ਉਹਨੇ ਇਹ ਸੋਚਿਆ ਕਿ ਇੱਥੇ ਹਰ ਕੋਈ ਇਸ ਕੱਪੜੇ ਨੂੰ ਵੇਖ ਸਕਦਾ ਹੈ। ਇਸ ਦਾ ਕੀ ਮਤਲਬ ਹੈ? ਮੈਨੂੰ ਕੁਝ ਵੀ ਵਿਖਾਈ ਨਹੀਂ ਦੇ ਰਿਹਾ। ਇਹ ਨਾਮੁਮਕਿਨ ਹੈ ਕਿ ਮੈਂ ਮੂਰਖ ਹਾਂ ਜਾਂ ਸਮਰਾਟ ਬਣਨ ਦੇ ਲਾਇਕ ਨਹੀਂ ਹਾਂ। ਇਹ ਸਮਰਾਟ ਦੇ ਵਿਚਾਰ ਸੀ, ਪਰ ਬੋਲ ਉਹਦੇ ਮੂੰਹੋਂ ਕੁਝ ਹੋਰ ਹੀ ਨਿਕਲੇ। ਵਾਹ, ਬਹੁਤ ਸੋਹਣਾ, ਬਹੁਤ ਵਧੀਆ। ਇੰਨੀ ਸ਼ਾਨਦਾਰ ਚੀਜ਼ ਮੈਂ ਅੱਜ ਤੱਕ ਨਹੀਂ ਵੇਖੀ। ਸਮਰਾਟ ਦੇ ਨਾਲ ਵਾਲੇ ਮੰਤਰੀਆਂ ਨੂੰ ਵੀ ਵਾਹ, ਬਹੁਤ ਵਧੀਆ ਕਹਿ ਕੇ ਹਾਮੀ ਭਰਨੀ ਪਈ। ਕੌਨਮੈਨ ਨੇ ਸਮਰਾਟ ਨੂੰ ਇਸ ਸੂਟ ਨੂੰ ਅਗਲੇ ਜਸ਼ਨ ਵਿੱਚ ਪਾਉਣ ਦੀ ਦਰਖਾਸਤ ਕੀਤੀ ਤੇ ਸਮਰਾਟ ਦੇ ਕੋਲ ਉਹਨਾਂ ਦੀ ਇਸ ਦਰਖਾਸਤ ਨੂੰ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਸੀ। ਪੂਰਾ ਰਾਜ ਸਮਰਾਟ ਦਾ ਇਹ ਨਵਾਂ ਸੂਟ ਵੇਖਣ ਦੇ ਲਈ ਬੜੀ ਉਤਸੁਕਤਾ ਨਾਲ ਇੰਤਜ਼ਾਰ ਕਰ ਰਿਹਾ ਸੀ। ਸਾਰੇ ਲੋਕੀ ਦਰਜੀਆਂ ਦੀ ਤਾਰੀਫ ਕਰ ਰਹੇ ਸੀ। ਸਮਰਾਟ ਨੇ ਵੀ ਇੱਕ ਮੈਡਲ ਦੇ ਕੇ ਦਰਜੀਆਂ ਦਾ ਸਨਮਾਨ ਕੀਤਾ ਤੇ ਉਹਨਾਂ ਨੂੰ ਰਾਜ ਦਾ ਗੁਪਤ ਦਰਜੀ ਦਾ ਖਿਤਾਬ ਵੀ ਦਿੱਤਾ। ਵੱਡੇ ਜਸ਼ਨ ਤੋਂ ਇੱਕ ਦਿਨ ਪਹਿਲਾਂ ਤੱਕ ਦੋਹੇ ਦਰਜੀਆਂ ਨੇ ਦਿਨ ਰਾਤ ਸਵੇਰ ਹੋਣ ਤੱਕ ਕੰਮ ਕੀਤਾ ਤੇ ਸਾਰਿਆਂ ਨੇ ਵੇਖਿਆ ਕਿ ਸਮਰਾਟ ਦਾ ਸੂਟ ਪੂਰਾ ਕਰਨ ਦੇ ਲਈ ਦੋਹਾਂ ਨੇ ਕਿੰਨੀ ਮਿਹਨਤ ਕੀਤੀ ਹੈ। ਸਵੇਰੇ ਸਮਰਾਟ ਆਪਣੇ ਭਰੋਸੇਮੰਦ ਲੋਕਾਂ ਦੇ ਨਾਲ ਕੌਨਮੈਨ ਦੇ ਕੋਲ ਆਇਆ। ਤੁਹਾਡਾ ਸੂਟ ਤਿਆਰ ਹੈ ਸਮਰਾਟ। ਦੋਹਾਂ ਕੌਨਮੈਨ ਨੇ ਆਪਣੇ ਹੱਥ ਉੱਤੇ ਕੀਤੇ ਜਿਵੇਂ ਕੁਝ ਵਿਖਾ ਰਹੇ ਹੋਣ ਅਤੇ ਕਿਹਾ, ਇਹ ਪੈਂਟ ਹੈ, ਇਹ ਜੈਕਟ ਅਤੇ ਇਹ ਕੈਪ ਹੈ, ਅਤੇ ਇੱਕ ਤੋਂ ਬਾਅਦ ਇੱਕ ਅਦ੍ਰਿਸ਼ ਸੂਟ ਵਿਖਾਇਆ। ਸਮਰਾਟ ਤੇ ਉਹਨਾਂ ਦੇ ਆਦਮੀ ਕੁਝ ਨਾ ਬੋਲ ਸਕੇ। ਇਹ ਮੱਕੜੀ ਦੇ ਜਾਲੇ ਜਿੰਨਾ ਹਲਕਾ ਹੈ, ਮੰਨੋ ਜਿਵੇਂ ਕੁਝ ਪਾਇਆ ਹੀ ਨਾ ਹੋਵੇ। ਪਰ ਇਹੀ ਤਾਂ ਇਸ ਕੱਪੜੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ਸਮਰਾਟ, ਕਿਰਪਾ ਕਰਕੇ ਤੁਸੀਂ ਤੁਹਾਨੂੰ ਤਿਆਰ ਕਰਨ ਦੀ ਇਜਾਜ਼ਤ ਦਿਓ। ਕੀ ਤੁਸੀਂ ਆਪਣੇ ਕੱਪੜੇ ਉਤਾਰ ਸਕਦੇ ਹੋ? ਸਮਰਾਟ ਨੇ ਆਪਣੇ ਕੱਪੜੇ ਉਤਾਰੇ ਅਤੇ ਉਹ ਉਹਨੂੰ ਤਿਆਰ ਕਰਨ ਲੱਗੇ। ਖੈਰ, ਅਸਲ ਵਿੱਚ ਉਹ ਅਜਿਹਾ ਕਰਨ ਦਾ ਨਾਟਕ ਕਰਨ ਲੱਗੇ। ਆਖਰਕਾਰ ਇੱਕ ਕੌਨਮੈਨ ਨੇ ਉਹਨਾਂ ਨੂੰ ਕੈਪ ਪਾਈ। ਸਮਰਾਟ ਨੇ ਸ਼ੀਸ਼ੇ ਦੇ ਸਾਹਮਣੇ ਖੁਦ ਨੂੰ ਸੱਜੇ ਖੱਬੇ ਵੇਖਿਆ ਅਤੇ ਫਿਰ ਮੁੜ ਕੇ ਆਪਣੇ ਮੰਤਰੀਆਂ ਵੱਲ ਵੇਖਿਆ। ਸਾਰਿਆਂ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਵਾਹ ਮਹਾਰਾਜ, ਵਾਹ ਇਹ ਕੱਪੜਾ ਮਹਾਰਾਜ, ਤਾਂ ਬਹੁਤ ਤੁਹਾਡੇ ਵਧੀਆ ਤੇ ਲੱਗ ਰਿਹਾ ਬਹੁਤ ਤੁਸੀਂ। ਫੱਬ ਰਿਹਾ ਹੈ। ਇਹ ਤੁਹਾਡੇ ਤੇ ਫੱਬ ਰਿਹਾ ਹੈ। ਇਹ ਕੱਪੜਾ ਵੀ ਇਹ ਬਹੁਤ ਹੀ ਵਧੀਆ ਕਮਾਲ ਦਾ ਹੈ। ਵਾਹ ਮਹਾਰਾਜ। ਸਮਰਾਟ ਨੇ ਖੁਦ ਨੂੰ ਫਿਰ ਤੋਂ ਸ਼ੀਸ਼ੇ ਵਿੱਚ ਵੇਖਿਆ ਕਿਉਂਕਿ ਉਹਨੇ ਖੁਦ ਨੂੰ ਇੰਜ ਵਿਖਾਣਾ ਸੀ ਕਿ ਉਹ ਕਿੰਨਾ ਸੋਹਣਾ ਲੱਗ ਰਿਹਾ ਹੈ। ਹਾਂ, ਮੈਨੂੰ ਲੱਗ ਰਿਹਾ ਹੈ ਇਹ ਵਾਕਈ ਬਹੁਤ ਸੋਹਣਾ ਹੈ। ਠੀਕ ਹੈ, ਤਾਂ ਮੈਂ ਤਿਆਰ ਹਾਂ। ਸਮਰਾਟ ਦੇ ਮੰਤਰੀਆਂ ਨੇ ਉਹਦੀ ਕੈਪ ਸਿੱਧੀ ਕਰਨ ਦਾ ਨਾਟਕ ਕੀਤਾ
ਕਿਉਂਕਿ ਉਹਨਾਂ ਨੇ ਇਹ ਨਹੀਂ ਜਤਾਣਾ ਸੀ ਕਿ ਉਹਨਾਂ ਨੂੰ ਕੁਝ ਨਹੀਂ ਵੇਖ ਰਿਹਾ। ਤੇ ਉਹ ਸਾਰੇ ਬਾਹਰ ਚਲੇ ਗਏ। ਸੜਕਾਂ ਤੇ ਵੀ ਸਾਰੇ ਲੋਕੀ ਇਹੀ ਹੱਲਾ ਪਾ ਰਹੇ ਸੀ ਕਿ ਸਮਰਾਟ ਦਾ ਨਵਾਂ ਸੂਟ ਕਿੰਨਾ ਸੋਹਣਾ ਹੈ। ਕਿਸੇ ਨੇ ਇਹ ਕਹਿਣ ਦੀ ਹਿੰਮਤ ਨਹੀਂ ਕੀਤੀ ਕਿ ਉਹਨੇ ਕੁਝ ਵੀ ਨਹੀਂ ਪਾਇਆ ਹੋਇਆ, ਕਿਉਂਕਿ ਜੇ ਉਹ ਅਜਿਹਾ ਕਹਿੰਦੇ ਤਾਂ ਜਾਂ ਤਾਂ ਉਹ ਆਪਣੀ ਨੌਕਰੀ ਗਵਾ ਸਕਦੇ ਸੀ ਜਾਂ ਫਿਰ ਮੂੰਹ ਰਕਵਾਉਂਦੇ। ਉਸੇ ਵੇਲੇ ਭੀੜ ਵਿੱਚੋਂ ਇੱਕ ਬੱਚਾ ਚਿল্ਲਾਇਆ, ਪਰ ਰਾਜਾ ਨੇ ਤਾਂ ਕੁਝ ਵੀ ਨਹੀਂ ਪਾਇਆ ਹੋਇਆ। ਰਾਜਾ, ਉਹਦੇ ਮੰਤਰੀ, ਸੈਨਿਕ ਤੇ ਬਾਕੀ ਲੋਕ ਇੱਕ ਸਕਿੰਟ ਦੇ ਲਈ ਜਿਵੇਂ ਸੁੰਨ ਰਹਿ ਗਏ ਹੋਣ। ਵੇਖੋ ਵੇਖੋ, ਰਾਜਾ ਤੇ ਨੰਗਾ ਹੈ। ਇਹ ਇੱਕ ਮਾਸੂਮ ਬੱਚੇ ਦੇ ਬੋਲ ਸੀ। ਸਿਰਫ ਉਹੀ ਉਸ ਸਥਿਤੀ ਦੀ ਸੱਚਾਈ ਦੱਸ ਸਕਦਾ ਸੀ। ਤਾਂ ਬੱਚੇ ਦੇ ਪਿਤਾ ਨੂੰ ਬੁਲਾਇਆ ਇਹ ਗਿਆ। ਸੱਚ ਹੈ, ਮਹਾਰਾਜ ਨੇ ਕੋਈ ਕੱਪੜੇ ਨਹੀਂ ਪਾਏ ਨੇ, ਉਹ ਨਿਰਵਸਤਰ ਨੇ। ਆਖਰ ਵਿੱਚ ਸਾਰਿਆਂ ਨੇ ਹਿੰਮਤ ਜੁਟਾਈ ਤੇ ਚਿল্ਲਾਣਾ ਸ਼ੁਰੂ ਕੀਤਾ, ਰਾਜਾ ਨੰਗਾ ਹੈ, ਰਾਜਾ ਨੰਗਾ ਹੈ। ਵੇਖੋ ਵੇਖੋ, ਰਾਜਾ ਨੰਗਾ ਹੈ। ਰਾਜਾ ਨੇ ਤੇ ਕੁਝ ਵੀ ਨਹੀਂ ਪਾਇਆ ਹੋਇਆ, ਉਹ ਤੇ ਨੰਗਾ ਹੈ। ਰਾਜਾ ਨੂੰ ਕੌੜੀ ਸੱਚਾਈ ਪਤਾ ਚੱਲ ਚੁੱਕੀ ਸੀ, ਪਰ ਉਹਨੇ ਅਜਿਹਾ ਜਤਾਇਆ ਨਹੀਂ ਤੇ ਆਪਣੀ ਗਰਦਨ ਨੂੰ ਅਕੜ ਨਾਲ ਉੱਚੀ ਰੱਖਦੇ ਹੋਏ ਅੱਗੇ ਵਧਿਆ ਤੇ ਮੰਤਰੀਆਂ ਨੇ ਵੀ ਕੈਪ ਸਿੱਧੀ ਕਰਨ ਦਾ ਨਾਟਕ ਜਾਰੀ ਰੱਖਿਆ। ਰਾਜਾ ਨੰਗਾ ਹੈ। ਰਾਜਾ ਬਿਲਕੁਲ ਐਵੇਂ ਚੱਲਦਾ ਰਿਹਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਦੋ ਕੌਨਮੈਨ ਪਹਿਲਾਂ ਤੋਂ ਹੀ ਘਮੰਡੀ ਰਾਜਾ ਦਾ ਦੇਸ਼ ਛੱਡ ਚੁੱਕੇ ਸੀ, ਆਪਣੇ ਨਾਲ ਕੀਮਤੀ ਹੀਰੇ, ਕੱਪੜੇ ਤੇ ਹਾਂ, ਸੋਨੇ ਦੇ ਧਾਗੇ ਲੈ ਕੇ। ਬਹੁਤ ਸਾਲ ਪਹਿਲਾਂ ਉਚਾਈ ਤੇ ਵਸੇ ਇੱਕ ਸ਼ਹਿਰ ਵਿੱਚ ਇੱਕ ਹੈਪੀ ਪ੍ਰਿੰਸ ਦੀ ਮੂਰਤ ਸੀ। ਮੂਰਤ ਸਿਰ ਤੋਂ ਪੈਰ ਤੱਕ ਸੋਨੇ ਨਾਲ ਲੱਦੀ ਹੋਈ ਸੀ ਤੇ ਉਹਦੀ ਤਲਵਾਰ ਦੀ ਮੁੱਠ ਉੱਤੇ ਇੱਕ ਵੱਡਾ ਜਿਹਾ ਲਾਲ ਰੰਗ ਦਾ ਰੂਬੀ ਸਜਾਇਆ ਗਿਆ ਸੀ। ਰਾਜਕੁਮਾਰ ਦੀ ਅੱਖਾਂ ਵਾਲੀ ਥਾਂ ਤੇ ਦੋ ਚਮਕਦਾਰ ਹਰੇ ਰੰਗ ਦੇ ਪੰਨੇ ਇਸਤੇਮਾਲ ਕੀਤੇ ਗਏ ਸਨ। ਹੈਪੀ ਪ੍ਰਿੰਸ ਦੀ ਮੂਰਤ ਸ਼ਹਿਰ ਵਿੱਚ ਹਰ ਕਿਸੇ ਨੇ ਵੇਖੀ ਸੀ ਅਤੇ ਇਹ ਹਰ ਇੱਕ ਨੂੰ ਆਸ਼ਾ ਤੇ ਖੁਸ਼ੀ ਵੰਡਣ ਦੇ ਲਈ ਜਾਣੀ ਜਾਂਦੀ ਸੀ। ਇੱਕ ਰਾਤ ਇੱਕ ਛੋਟੀ ਸਵਾਲੋ ਸ਼ਹਿਰ ਵਿੱਚ ਆਈ। ਉਸ ਦੇ ਦੋਸਤ ਠੰਡ ਤੋਂ ਬਚਣ ਦੇ ਲਈ ਦੁਨੀਆ ਦੇ ਗਰਮ ਇਲਾਕੇ ਵਿੱਚ ਉੱਡ ਗਏ ਸਨ ਅਤੇ ਉਹ ਪਿੱਛੇ ਰਹਿ ਗਈ ਸੀ। ਉਸਨੇ ਇਹ ਮੂਰਤ ਵੇਖੀ ਜੋ ਇੱਕ ਵੱਡੇ ਜਿਹੇ ਥੰਬੇ ਤੇ ਆਰਾਮ ਨਾਲ ਖੜੀ ਸੀ। ਮੈਨੂੰ ਇੱਥੇ ਰਾਤ ਗੁਜ਼ਾਰਨ ਦਿਓ, ਕੱਲ ਮੈਂ ਚਲੀ ਜਾਵਾਂਗੀ। ਸਵਾਲੋ ਹੈਪੀ ਪ੍ਰਿੰਸ ਦੇ ਦੋਨਾਂ ਪੈਰਾਂ ਦੇ ਵਿੱਚ ਹੀ ਉਤਰੀ ਸੀ। ਅੱਜ ਰਾਤ ਮੈਂ ਸੋਨੇ ਦੇ ਬਿਸਤਰ ਤੇ ਸੌਣ ਵਾਲੀ ਹਾਂ। ਜਦ ਉਹ ਸੌਣ ਦੀ ਤਿਆਰੀ ਕਰ ਰਹੀ ਸੀ ਅਤੇ ਪਰਾਂ ਦੇ ਥੱਲੇ ਸਿਰ ਨੂੰ ਲੁਕਾਉਣ ਹੀ ਵਾਲੀ ਸੀ ਕਿ ਉਸਦੇ ਸਿਰ ਤੇ ਪਾਣੀ ਦੀ ਇੱਕ ਬੂੰਦ ਗਿਰੀ। ਉਸਨੇ ਉੱਤੇ ਵੇਖਿਆ, ਪਰ ਅਸਮਾਨ ਤਾਂ ਸਾਫ਼ ਸੀ ਤੇ ਕੋਈ ਬਾਰਿਸ਼ ਵੀ ਨਹੀਂ ਹੋ ਰਹੀ ਸੀ। ਉਸੇ ਵੇਲੇ ਪਾਣੀ ਦੀ ਇੱਕ ਬੂੰਦ ਉਹਦੀ ਚੁੰਝ ਤੇ ਗਿਰੀ ਤੇ ਉਸ ਦੇ ਬਾਅਦ ਇੱਕ ਹੋਰ ਬੂੰਦ। ਇਹ ਜਾਣਨ ਦੇ ਲਈ ਕਿ ਹੋ ਕੀ ਰਿਹਾ, ਸਵਾਲੋ ਮੂਰਤੀ ਦੇ ਸਿਰ ਤੇ ਜਾ ਬੈਠੀ। ਉਸਨੇ ਵੇਖਿਆ ਕਿ ਪਾਣੀ ਦੀਆਂ ਬੂੰਦਾਂ ਰਾਜਕੁਮਾਰ ਦੀਆਂ ਅੱਖਾਂ ਤੋਂ ਵਹਿ ਰਹੀਆਂ ਸਨ। ਉਹ ਉਹਦੇ ਹੰਝੂ ਸਨ। ਰਾਜਕੁਮਾਰ ਦੇ ਹੰਝੂ ਗੱਲਾਂ ਤੋਂ ਹੁੰਦੇ ਹੋਏ ਪੈਰਾਂ ਤੇ ਗਿਰ ਰਹੇ ਸਨ ਅਤੇ ਚੰਨ ਦੀ ਚਾਨਣੀ ਵਿੱਚ ਉਸ ਦੀਆਂ ਉਦਾਸ ਅੱਖਾਂ ਚਮਕ ਰਹੀਆਂ ਸੀ। ਸਵਾਲੋ ਨੂੰ ਉਹਦੇ ਲਈ ਬਹੁਤ ਦੁੱਖ ਹੋਇਆ। ਹੈਲੋ, ਤੁਸੀਂ ਕੌਣ ਹੋ? ਮੈਂ ਹੈਪੀ ਪ੍ਰਿੰਸ ਹਾਂ। ਫਿਰ ਤੁਸੀਂ ਰੋ ਕਿਉਂ ਰਹੇ ਹੋ? ਜਦੋਂ ਮੈਂ ਜੀਂਦਾ ਸੀ ਤੇ ਮੇਰਾ ਦਿਲ ਇੱਕ ਮਨੁੱਖੀ ਦਿਲ ਸੀ, ਮੈਂ ਕਦੇ ਰੋਇਆ ਨਹੀਂ, ਕਿਉਂਕਿ ਉਦੋਂ ਮੈਂ ਮਹਿਲ ਵਿੱਚ ਰਹਿੰਦਾ ਸੀ ਤੇ ਸਾਨੂੰ ਉਦਾਸੀ ਕੀ ਹੁੰਦੀ ਹੈ ਪਤਾ ਵੀ ਨਹੀਂ ਸੀ। ਪੂਰਾ ਦਿਨ ਮੈਂ ਬਗੀਚੇ ਵਿੱਚ ਆਪਣੇ ਦੋਸਤਾਂ ਨਾਲ ਖੇਡਦਾ ਸੀ ਤੇ ਰਾਤ ਨੂੰ ਵੱਡੇ ਬਾਲਰੂਮ ਵਿੱਚ ਮੈਂ ਡਾਂਸ ਕਰਦਾ ਸੀ। ਬਗੀਚੇ ਦੇ ਚਾਰੇ ਪਾਸੇ ਇੱਕ ਵੱਡੀ ਕੰਧ ਸੀ, ਪਰ ਉਸ ਕੰਧ ਦੇ ਪਿੱਛੇ ਕੀ ਹੈ ਇਹ ਜਾਣਨ ਦੀ ਉਤਸੁਕਤਾ ਕਦੇ ਨਹੀਂ ਹੋਈ। ਮੇਰੇ ਆਲੇ ਦੁਆਲੇ ਕਿੰਨਾ ਸੋਹਣਾ ਸੀ। ਸਾਰੇ ਮੈਨੂੰ ਹੈਪੀ ਪ੍ਰਿੰਸ ਕਹਿੰਦੇ ਸੀ ਤੇ ਮੈਂ ਬਹੁਤ ਖੁਸ਼ ਸੀ।
ਪਰ ਜਦੋਂ ਮੇਰਾ ਜੀਵਨ ਸਮਾਪਤ ਹੋਇਆ ਉਹਨਾਂ ਨੇ ਮੈਨੂੰ ਇਸ ਪਹਾੜੀ ਦੀ ਚੋਟੀ ਤੇ ਲਿਆ ਕੇ ਰੱਖਿਆ ਤੇ ਹੁਣ ਮੈਂ ਆਪਣੇ ਆਲੇ ਦੁਆਲੇ ਸਾਰੀ ਬੁਰਾਈ ਤੇ ਗਰੀਬੀ ਵੇਖ ਸਕਦਾ ਹਾਂ। ਹਾਲਾਂਕਿ ਮੇਰਾ ਦਿਲ ਲਿਡ ਨਾਲ ਬਣਿਆ ਹੈ, ਪਰ ਮੈਂ ਕੁਝ ਨਹੀਂ ਕਰ ਸਕਦਾ ਸਿਵਾਏ ਰੋਣ ਦੇ। ਸਵਾਲੋ ਇਹ ਸੁਣ ਕੇ ਬਹੁਤ ਦੁਖੀ ਹੋਈ। ਇੱਥੋਂ ਥੋੜੀ ਦੂਰ ਇੱਕ ਗਲੀ ਵਿੱਚ ਇੱਕ ਛੋਟਾ ਜਿਹਾ ਘਰ ਹੈ। ਇੱਕ ਬਾਰੀ ਖੋਲੀ ਹੈ ਤੇ ਮੈਨੂੰ ਇੱਕ ਔਰਤ ਸਿਲਾਈ ਮਸ਼ੀਨ ਤੇ ਕੰਮ ਕਰਦੀ ਹੋਈ ਨਜ਼ਰ ਆਉਂਦੀ ਹੈ। ਉਹਦਾ ਚਿਹਰਾ ਕਮਜ਼ੋਰ ਤੇ ਥੱਕਿਆ ਹੋਇਆ ਹੈ। ਬਿਸਤਰ ਦੇ ਕੋਨੇ ਤੇ ਉਸ ਦਾ ਬਿਮਾਰ ਪੁੱਤਰ ਲੇਟਿਆ ਹੋਇਆ ਹੈ। ਉਸ ਨੂੰ ਬੁਖਾਰ ਹੈ ਤੇ ਇਲਾਜ ਦੇ ਲਈ ਪੈਸੇ ਨਹੀਂ ਹੈ। ਪਿਆਰੀ ਸਵਾਲੋ, ਕੀ ਤੂੰ ਮੇਰੀ ਤਲਵਾਰ ਤੋਂ ਰੂਬੀ ਕੱਢ ਕੇ ਉਸ ਨੂੰ ਜਾ ਕੇ ਦੇ ਸਕਦੀ ਹੈ? ਥੋੜਾ ਆਰਾਮ ਕਰਨ ਦੇ ਬਾਅਦ ਮੈਨੂੰ ਗਰਮ ਇਲਾਕੇ ਵੱਲ ਉੱਡਣਾ ਹੋਏਗਾ। ਘੱਟੋ ਘੱਟ ਅੱਜ ਰਾਤ ਇੱਥੇ ਰੁਕ ਜਾ, ਕੱਲ ਤੂੰ ਚਲੀ ਜਾਏ ਜਿੱਥੇ ਤੂੰ ਜਾਣਾ ਹੈ। ਸਵਾਲੋ ਨੂੰ ਪਹਿਲਾਂ ਤੋਂ ਹੀ ਠੰਡ ਲੱਗ ਰਹੀ ਸੀ ਅਤੇ ਉਹਨੂੰ ਆਰਾਮ ਵੀ ਨਹੀਂ ਮਿਲਿਆ ਸੀ। ਉਹ ਕੁਝ ਨਹੀਂ ਕਰ ਪਾ ਰਹੀ ਸੀ ਸਿਵਾਏ ਉਦਾਸ ਪ੍ਰਿੰਸ ਦੀ ਮਦਦ ਦੇ। ਇਸ ਲਈ ਆਪਣੀ ਚੁੰਝ ਦੇ ਸਹਾਰੇ ਉਹਨੇ ਤਲਵਾਰ ਦੀ ਹੈਂਡਲ ਤੋਂ ਰੂਬੀ ਕੱਢਿਆ ਅਤੇ ਅੱਧੀ ਰਾਤ ਨੂੰ ਆਕਾਸ਼ ਵਿੱਚ ਸ਼ਹਿਰ ਵੱਲ ਉੱਡਣ ਲੱਗੀ। ਆਖਰ ਉਹ ਉਸ ਘਰ ਵਿੱਚ ਪਹੁੰਚੀ ਅਤੇ ਉਹਨੇ ਅੰਦਰ ਝਾਂਕ ਕੇ ਵੇਖਿਆ। ਬੱਚਾ ਬੁਖਾਰ ਨਾਲ ਕੰਬ ਰਿਹਾ ਸੀ ਅਤੇ ਮਾਂ ਸੁੱਤੀ ਪਈ ਸੀ। ਉਹ ਅੰਦਰ ਗਈ ਤੇ ਉਸਨੇ ਰੂਬੀ ਮਾਂ ਦੇ ਸਾਹਮਣੇ ਦੀ ਟੇਬਲ ਤੇ ਰੱਖਿਆ। ਫਿਰ ਉਹ ਬੱਚੇ ਦੇ ਉੱਤੇ ਥੋੜੀ ਦੇਰ ਉੱਡੀ, ਆਪਣੇ ਪਰ ਫੜਫੜਾ ਕੇ ਉਸ ਨੂੰ ਥੋੜਾ ਠੰਡਾ ਕੀਤਾ। ਸਵਾਲੋ ਪ੍ਰਿੰਸ ਦੇ ਕੋਲ ਵਾਪਸ ਆ ਗਈ ਅਤੇ ਉਸ ਨੂੰ ਸਭ ਕੁਝ ਦੱਸਿਆ ਜੋ ਉੱਥੇ ਹੋਇਆ ਸੀ। ਜਦੋਂ ਉਹ ਜਾਗ ਜਾਵੇਗੀ ਉਸ ਨੂੰ ਉਹ ਬੇਸ਼ਕੀਮਤੀ ਰੂਬੀ ਨਜ਼ਰ ਆਵੇਗੀ ਤੇ ਉਸ ਨੂੰ ਵੇਚ ਕੇ ਉਹ ਆਪਣੇ ਪੁੱਤਰ ਦਾ ਇਲਾਜ ਕਰ ਸਕੇਗੀ। ਬਹੁਤ ਬਹੁਤ ਧੰਨਵਾਦ। ਹੁਣ ਤੂੰ ਆਰਾਮ ਨਾਲ ਸੌਂ ਸਕਦੀ ਹੈ ਪਿਆਰੀ ਸਵਾਲੋ। ਹੁਣ ਸਵੇਰ ਹੋ ਗਈ ਸੀ। ਜਦ ਉਹ ਉੱਡਣ ਦੇ ਲਈ ਤਿਆਰ ਸੀ, ਹੈਪੀ ਪ੍ਰਿੰਸ ਨੇ ਸਵਾਲੋ ਨੂੰ ਰੋਕਿਆ। ਹੇ ਸਵਾਲੋ, ਪਿਆਰੀ ਸਵਾਲੋ, ਤੂੰ ਇੱਕ ਰਾਤ ਹੋਰ ਨਹੀਂ ਰੁਕ ਸਕਦੀ? ਮੈਨੂੰ ਛੇਤੀ ਤੋਂ ਛੇਤੀ ਗਰਮ ਇਲਾਕੇ ਵਿੱਚ ਉੱਡ ਜਾਣਾ ਚਾਹੀਦਾ ਹੈ। ਮੈਂ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਲੱਭਣਾ ਹੈ। ਦੂਰ ਸ਼ਹਿਰ ਦੇ ਉਸ ਪਾਸੇ ਮੈਨੂੰ ਇੱਕ ਜਵਾਨ ਆਦਮੀ ਨਜ਼ਰ ਆ ਰਿਹਾ ਹੈ। ਉਹ ਇੱਕ ਪੇਪਰ ਨਾਲ ਭਰੇ ਟੇਬਲ ਤੇ ਸਾਹਮਣੇ ਬੈਠਾ ਹੈ ਅਤੇ ਪੇਲ ਵਾਇਲਟ ਦੇ ਪੱਤੇ ਨੇ ਉਸਦੇ ਗਲਾਸ ਵਿੱਚ। ਇਹ ਇੱਕ ਜਵਾਨ ਲੇਖਕ ਹੈ ਤੇ ਆਪਣੀ ਨਵੀਂ ਕਿਤਾਬ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਉਹਦੇ ਕੋਲ ਬਾਲਣ ਲਈ ਨਾ ਕੋਈ ਲੱਕੜੀ ਹੈ ਤੇ ਨਾ ਖਾਣ ਦੇ ਲਈ ਰੋਟੀ ਦਾ ਟੁਕੜਾ। ਤੂੰ ਉਸ ਦੀ ਮਦਦ ਨਹੀਂ ਕਰਨਾ ਚਾਹਵੇਂਗੀ? ਨਰਮ ਦਿਲ ਵਾਲੀ ਸਵਾਲੋ ਨੇ ਇੱਕ ਹੋਰ ਰਾਤ ਉੱਥੇ ਰਹਿਣਾ ਸਵੀਕਾਰ ਕੀਤਾ, ਸਿਰਫ ਉਸ ਜਵਾਨ ਲੇਖਕ ਦੀ ਮਦਦ ਕਰਨ ਦੇ ਲਈ। ਬਦਕਿਸਮਤੀ ਨਾਲ ਮੇਰੇ ਕੋਲ ਹੁਣ ਹੋਰ ਰੂਬੀ ਨਹੀਂ, ਪਰ ਮੇਰੀਆਂ ਅੱਖਾਂ ਵਿੱਚ ਵੀ ਕੀਮਤੀ ਪੰਨਾ ਹੈ। ਉਸ ਵਿੱਚੋਂ ਇੱਕ ਲੈ ਲਓ ਤੇ ਲੇਖਕ ਨੂੰ ਦੇ ਦਿਓ। ਇਹ ਸੁਣ ਕੇ ਸਵਾਲੋ ਨੂੰ ਬਹੁਤ ਦੁੱਖ ਹੋਇਆ। ਪਹਿਲਾਂ ਉਹ ਇਸ ਗੱਲ ਨਾਲ ਸਹਿਮਤ ਨਹੀਂ ਸੀ, ਪਰ ਜਦੋਂ ਪ੍ਰਿੰਸ ਨੇ ਜ਼ੋਰ ਦਿੱਤਾ ਤਾਂ ਉਹ ਮੰਨ ਗਈ। ਉਹਦੇ ਕੋਲ ਕੋਈ ਉਪਾਅ ਨਹੀਂ ਸੀ, ਇਸ ਲਈ ਉਹਨੇ ਆਪਣੀ ਚੁੰਝ ਤੋਂ ਪੰਨਾ ਕੱਢਿਆ ਤੇ ਉਸਨੇ ਪ੍ਰਿੰਸ ਦੇ ਕਹੇ ਹੋਏ ਇਲਾਕੇ ਵੱਲ ਉੱਡਣਾ ਸ਼ੁਰੂ ਕੀਤਾ। ਜਦੋਂ ਉਹ ਉਸ ਲੇਖਕ ਦੇ ਘਰ ਪਹੁੰਚੀ, ਉਹ ਨੌਜਵਾਨ ਆਪਣੇ ਹੱਥਾਂ ਵਿੱਚ ਆਪਣਾ ਚਿਹਰਾ ਲੁਕੋ ਕੇ ਉਦਾਸ ਹੋਇਆ ਟੇਬਲ ਦੇ ਕੋਲ ਬੈਠਿਆ ਸੀ। ਉਹਨੂੰ ਪੰਛੀ ਦੇ ਪਰਾਂ ਦੀ ਆਵਾਜ਼ ਵੀ ਨਹੀਂ ਸੁਣੀ। ਜਦ ਉਸਨੇ ਉੱਤੇ ਵੇਖਿਆ, ਉਸਨੇ ਪੇਲ ਵਾਇਲਟ ਦੇ ਉੱਤੇ ਹਰਾ ਚਮਕਦਾਰ ਪੰਨਾ ਵੇਖਿਆ। ਉਹਨੂੰ ਲੱਗਿਆ ਕਿ ਉਹਦੇ ਚਾਹਣ ਵਾਲਿਆਂ ਵਿੱਚੋਂ ਕਿਸੇ ਨੇ, ਜਿਸ ਨੂੰ ਉਸ ਦਾ ਲਿਖਿਆ ਕੁਝ ਚੰਗਾ ਲੱਗਿਆ ਹੋਵੇਗਾ, ਉਸੇ ਨੇ ਉਹ ਪੰਨਾ ਉੱਥੇ ਰੱਖਿਆ ਹੋਵੇਗਾ। ਇਸ ਲਈ ਉਹਨੇ ਪੰਨਾ ਚੱਕਿਆ ਤੇ ਖੁਸ਼ੀ ਨਾਲ ਉੱਠ ਗਿਆ। ਮੈਂ ਜਾਣ ਤੋਂ ਪਹਿਲਾਂ ਮਿਲਣ ਆਈ ਹਾਂ। ਪਿਆਰੀ ਸਵਾਲੋ, ਕੀ ਤੂੰ ਸਿਰਫ ਇੱਕ ਹੋਰ ਰਾਤ ਨਹੀਂ ਰੁਕ ਸਕਦੀ? ਹੁਣ ਠੰਡ ਵੱਧ ਰਹੀ ਹੈ, ਕਦੇ ਵੀ ਬਰਫ਼ ਗਿਰਨੀ ਸ਼ੁਰੂ ਹੋ ਜਾਵੇਗੀ। ਮੈਨੂੰ ਸੱਚੀ ਜਾਣਾ ਹੋਵੇਗਾ। ਮੇਰੇ ਪਿਆਰੇ ਪ੍ਰਿੰਸ, ਹੁਣ ਮੈਨੂੰ ਉੱਡਣਾ ਹੋਵੇਗਾ, ਪਰ ਮੈਂ ਤੈਨੂੰ ਕਦੇ ਨਹੀਂ ਭੁੱਲਾਂਗੀ। ਠੀਕ ਹੈ, ਪਰ ਮੇਰੀ ਇੱਕ ਆਖਰੀ ਇੱਛਾ ਹੈ, ਕਿਰਪਾ ਕਰਕੇ ਮੇਰੇ ਲਈ ਕਰ। ਥੱਲੇ ਉਤਰ ਕੇ ਚੌਰਾਹੇ ਤੇ ਇੱਕ ਛੋਟੀ ਕੁੜੀ ਮਾਚਿਸ ਵੇਚ ਰਹੀ ਹੈ, ਪਰ ਉਹਦੇ ਕੋਲੋਂ ਮਾਚਿਸ ਪਾਣੀ ਵਿੱਚ ਡਿੱਗ ਪਈ ਹੈ। ਹੁਣ ਜੇ ਬਿਨਾਂ ਪੈਸਿਆਂ ਦੇ ਘਰ ਗਈ ਤਾਂ ਉਸਦੇ ਪਿਤਾ ਜੀ ਨਾਰਾਜ਼ ਹੋ ਜਾਣਗੇ ਤੇ ਉਹ ਅੱਜ ਭੁੱਖੇ ਰਹਿ ਜਾਣਗੇ। ਉੱਥੇ ਰੋ ਰਹੀ ਹੈ, ਉਸਦੇ ਕੋਲ ਨਾ ਜੁੱਤੀਆਂ ਹੈ, ਜਰਾਬਾਂ ਹੈ, ਨਾ ਸਿਰ ਢੱਕਣ ਦੇ ਲਈ ਕੋਈ ਹੈਟ ਹੈ। ਮੇਰੀ ਦੂਜੀ ਅੱਖ ਕੱਢ ਕੇ ਉਸ ਨੂੰ ਦੇ ਦੇ ਤਾਂ ਕਿ ਉਹ ਖਾ ਪੀ ਸਕਣ। ਇਹ ਕਹਾਣੀ ਸੁਣ ਕੇ ਸਵਾਲੋ ਨੇ ਇੱਕ ਹੋਰ ਰਾਤ ਰਹਿਣਾ ਸਵੀਕਾਰ ਕੀਤਾ। ਠੀਕ ਹੈ, ਪਰ ਆਖਰੀ ਵਾਰ। ਪਰ ਮੈਂ ਤੁਹਾਡੀਆਂ ਅੱਖਾਂ ਨਹੀਂ ਕੱਢ ਸਕਦੀ, ਫਿਰ ਤੁਸੀਂ ਵੇਖ ਨਹੀਂ ਸਕੋਗੇ। ਆਪਣੇ ਆਲੇ ਦੁਆਲੇ ਅਜਿਹੇ ਭੁੱਖੇ ਅਤੇ ਲਾਚਾਰ ਲੋਕਾਂ ਨੂੰ ਵੇਖ ਕੇ ਮੈਨੂੰ ਜ਼ਿਆਦਾ ਦੁੱਖ ਹੁੰਦਾ ਹੈ। ਇਸੇ ਕਰਕੇ ਜੋ ਮੈਂ ਕਹਿੰਦਾ ਹਾਂ ਉਹ ਕਰ। ਉਹਦੀਆਂ ਅੱਖਾਂ ਕੱਢ ਕੇ ਉਹ ਥੱਲੇ ਵੱਲ ਨੂੰ ਉੱਡ ਗਈ।
ਉਹ ਹੌਲੇ ਜਿਹੇ ਬੱਚੀ ਦੇ ਕੋਲ ਗਈ ਤੇ ਪੰਨਾ ਉਹਦੇ ਹੱਥਾਂ ਵਿੱਚ ਡੇਗ ਦਿੱਤਾ। ਬੱਚੀ ਚੀਖੀ, ਓ ਕਿੰਨਾ ਸੋਹਣਾ ਕੱਚ ਦਾ ਟੁਕੜਾ ਹੈ। ਤੇ ਖੁਸ਼ੀ ਨਾਲ ਘਰ ਵੱਲ ਨੂੰ ਭੱਜੀ। ਫਿਰ ਸਵਾਲੋ ਪ੍ਰਿੰਸ ਦੇ ਕੋਲ ਵਾਪਸ ਆਈ। ਮੈਂ ਇੱਥੇ ਤੁਹਾਡੇ ਕੋਲ ਰਹਿ ਕੇ ਤੁਹਾਡੀਆਂ ਅੱਖਾਂ ਬਣਨ ਦਾ ਫੈਸਲਾ ਕੀਤਾ ਹੈ। ਪ੍ਰਿੰਸ ਨੇ ਉਹਨੂੰ ਸ਼ਹਿਰ ਭਰ ਵਿੱਚ ਉੱਡ ਕੇ ਸ਼ਹਿਰ ਵਿੱਚ ਕੀ ਹੋ ਰਿਹਾ ਹੈ ਉਹਨੂੰ ਇਸ ਬਾਰੇ ਜਾਣਕਾਰੀ ਦੇਣ ਨੂੰ ਕਿਹਾ। ਸਵਾਲੋ ਸ਼ਹਿਰ ਵੱਲ ਉੱਡੀ ਤੇ ਉਸਨੇ ਵੇਖਿਆ ਕਿ ਅਮੀਰ ਲੋਕ ਆਪਣੇ ਗਰਮ ਘਰਾਂ ਵਿੱਚ ਆਰਾਮ ਨਾਲ ਬੈਠੇ ਨੇ ਤੇ ਗਰੀਬ ਠੰਡ ਤੋਂ ਬਚਣ ਦੇ ਲਈ ਅੱਗ ਬਾਲਣ ਦੀ ਕੋਸ਼ਿਸ਼ ਕਰ ਰਹੇ ਨੇ। ਜਦ ਉਹ ਹਨੇਰੀ ਗਲੀ ਵਿੱਚ ਗਈ ਉਹਨੇ ਭੁੱਖੇ ਬੱਚਿਆਂ ਦੇ ਕਮਜ਼ੋਰ ਚਿਹਰੇ ਵੇਖੇ। ਪੁਲ ਦੇ ਥੱਲੇ ਉਹਨੇ ਵੇਖਿਆ 2 ਛੋਟੇ ਬੱਚੇ ਇੱਕ ਦੂਜੇ ਦੀ ਲੱਤਾਂ ਤੇ ਸੋ ਰਹੇ ਸੀ ਅਤੇ ਇੱਕ ਦੂਜੇ ਨੂੰ ਗਰਮੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਫਿਰ ਉਹ ਵਾਪਸ ਆਈ ਤੇ ਪ੍ਰਿੰਸ ਨੂੰ ਸਾਰੀਆਂ ਗੱਲਾਂ ਦੱਸੀਆਂ। ਮੈਂ ਅਸਲੀ ਸੋਨੇ ਨਾਲ ਟਕਿਆ ਹੋਇਆ ਹਾਂ। ਪੂਰਾ ਸੋਨਾ ਖੁਰਚ ਕੇ ਉਤਾਰ ਦਿਓ ਤੇ ਗਰੀਬਾਂ ਨੂੰ ਦੇ ਦਿਓ। ਉਹਨਾਂ ਨੂੰ ਲੱਗਦਾ ਹੈ ਕਿ ਸੋਨਾ ਉਹਨਾਂ ਨੂੰ ਖੁਸ਼ੀ ਦਿੰਦਾ ਹੈ, ਪਰ ਅਸਲ ਵਿੱਚ ਸਿਹਤ ਤੇ ਸਾਮਗਰੀ ਤੁਹਾਨੂੰ ਖੁਸ਼ ਰੱਖਦੀ ਹੈ। ਸਵਾਲੋ ਨੇ ਪ੍ਰਿੰਸ ਦੀ ਮੂਰਤ ਤੋਂ ਸਾਰਾ ਸੋਨਾ ਕੱਢਣਾ ਸ਼ੁਰੂ ਕਰ ਦਿੱਤਾ ਜਦ ਤੱਕ ਕਿ ਪ੍ਰਿੰਸ ਕਮਜ਼ੋਰ ਤੇ ਦੁਖੀ ਨਹੀਂ ਵਿਖਣ ਲੱਗ ਪਿਆ ਤੇ ਉਸਨੇ ਸਾਰਾ ਸੋਨਾ ਰਸਤੇ ਤੇ ਜੋ ਗਰੀਬ ਸਨ ਉਹਨਾਂ ਨੂੰ ਦੇ ਦਿੱਤਾ। ਤਦ ਤੱਕ ਬਰਫ਼ ਵੀ ਡਿੱਗਣ ਲੱਗੀ। ਰਸਤੇ ਬਰਫ਼ ਨਾਲ ਭਰ ਗਏ। ਸਵਾਲੋ ਰੋਜ਼ ਪ੍ਰਿੰਸ ਦੇ ਸਰੀਰ ਤੋਂ ਸੋਨਾ ਕੱਢਦੀ ਅਤੇ ਗਰੀਬਾਂ ਦੀ ਮਦਦ ਕਰਦੀ ਜਦ ਤੱਕ ਕਿ ਉਹਦੇ ਤੇ ਸੋਨਾ ਸੀ। ਛੋਟੀ ਸਵਾਲੋ ਹੁਣ ਠੰਡ ਨਾਲ ਕੰਬਣ ਲੱਗੀ, ਪਰ ਉਹ ਪ੍ਰਿੰਸ ਨੂੰ ਕੱਲਿਆਂ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ। ਉਹ ਉਹਨੂੰ ਬਹੁਤ ਪਿਆਰ ਕਰਦੀ ਸੀ, ਪਰ ਅੰਤ ਵਿੱਚ ਉਹਨੂੰ ਪਤਾ ਸੀ ਕਿ ਉਹ ਮਰਨ ਵਾਲੀ ਹੈ। ਆਖਰੀ ਸਾਹ ਦੇ ਸਹਾਰੇ ਉਹ ਉੱਡ ਕੇ ਪ੍ਰਿੰਸ ਦੇ ਮੋਢਿਆਂ ਤੇ ਜਾ ਬੈਠੀ। ਗੁੱਡ ਬਾਏ ਮੇਰੇ ਪਿਆਰੇ ਪ੍ਰਿੰਸ। ਤਾਂ ਆਖਰ ਤੂੰ ਗਰਮ ਇਲਾਕੇ ਵੱਲ ਉੜਨ ਦਾ ਫੈਸਲਾ ਕਰ ਲਿਆ ਮੇਰੇ ਦੋਸਤ। ਸਵਾਲੋ ਪ੍ਰਿੰਸ ਨੂੰ ਦੱਸ ਨਹੀਂ ਸਕੀ ਕਿ ਉਹ ਕਿੱਥੇ ਜਾ ਰਹੀ ਹੈ, ਇਸ ਲਈ ਉਹਨੇ ਹੌਲੀ ਜਿਹੀ ਉਹਦੇ ਗੱਲਾਂ ਨੂੰ ਚੁੰਮ ਲਿਆ ਅਤੇ ਉਹਦੇ ਪੈਰਾਂ ਦੇ ਕੋਲ ਜ਼ਮੀਨ ਤੇ ਡਿੱਗ ਪਈ। ਉਸੇ ਵੇਲੇ ਹੈਪੀ ਪ੍ਰਿੰਸ ਮੂਰਤ ਦੇ ਅੰਦਰੋਂ ਜਿਵੇਂ ਟੁੱਟਣ ਦੀ ਆਵਾਜ਼ ਆਈ। ਇਹ ਉਹਦਾ ਲੈਡ ਦਾ ਦਿਲ ਸੀ ਜਿਹਦੇ ਟੁਕੜੇ ਹੋ ਰਹੇ ਸਨ। ਜਦੋਂ ਸਵੇਰ ਹੋਈ ਸਾਰੇ ਲੋਕ ਮੂਰਤ ਦੇ ਆਲੇ ਦੁਆਲੇ ਇਕੱਠੇ ਹੋਏ ਅਤੇ ਉਹ ਉਹਦੇ ਵੱਲ ਹੈਰਾਨੀ ਨਾਲ ਵੇਖ ਰਹੇ ਸਨ। ਫਿਰ ਸਾਰਿਆਂ ਨੇ ਸਵਾਲੋ ਦੇ ਬੇਜਾਨ ਸਰੀਰ ਨੂੰ ਵੇਖਿਆ ਜੋ ਪ੍ਰਿੰਸ ਦੇ ਪੈਰਾਂ ਵਿੱਚ ਪਿਆ ਹੋਇਆ ਸੀ। ਸਾਰੇ ਬਹੁਤ ਦੁਖੀ ਸਨ। ਉਸੇ ਵੇਲੇ ਉਹਨਾਂ ਨੇ ਭੀੜ ਦੇ ਵਿੱਚੋਂ ਇੱਕ ਆਵਾਜ਼ ਸੁਣੀ। ਇਹ ਉਹੀ ਨੌਜਵਾਨ ਲੇਖਕ ਸੀ। ਹੁਣ ਮੈਨੂੰ ਪਤਾ ਚੱਲਿਆ ਕਿ ਹੈਪੀ ਪ੍ਰਿੰਸ ਦੀ ਇਹ ਹਾਲਤ ਕਿਉਂ ਹੈ। ਉਹਨੇ ਤੇ ਇਸ ਨਿੱਕੀ ਜਿਹੀ ਸਵਾਲੋ ਨੇ ਖੁਦ ਨੂੰ ਸਾਡੀ ਖੁਸ਼ੀ ਦੇ ਵਾਸਤੇ ਕੁਰਬਾਨ ਕਰ ਦਿੱਤਾ। ਇਸ ਲਈ ਖੁਸ਼ ਰਹੋ, ਉਦਾਸ ਨਾ ਹੋਣਾ। ਇਸ ਸ਼ਹਿਰ ਵਿੱਚ 2 ਸਭ ਤੋਂ ਖੂਬਸੂਰਤ ਦਿਲ ਉਹਨਾਂ ਦੇ ਹੀ ਸੀ ਤੇ ਹਮੇਸ਼ਾ ਉਹਨਾਂ ਦੇ ਹੀ ਰਹਿਣਗੇ। ਕਈ ਸਾਲ ਪਹਿਲਾਂ ਸਾਡੇ ਘਰ ਤੋਂ ਕੁਝ ਹੀ ਦੂਰ ਇੱਕ ਡਾਰਲਿੰਗ ਪਰਿਵਾਰ ਰਹਿੰਦਾ ਸੀ। ਉਹਨਾਂ ਦੇ ਪਰਿਵਾਰ ਵਿੱਚ 3 ਬੱਚੇ ਸਨ। ਉਹਨਾਂ ਦੇ ਨਾਮ ਸੀ ਜੈਨ, ਮਾਈਕਲ ਤੇ ਵੈਂਡੀ। ਵੈਂਡੀ ਹਮੇਸ਼ਾ ਆਪਣੀ ਮਾਂ ਨੂੰ ਦੱਸਦੀ ਸੀ ਕਿ ਕਿਸ ਤਰ੍ਹਾਂ ਨਾਲ ਪੀਟਰ ਪੈਨ ਉਹਨਾਂ ਦੇ ਕਮਰੇ ਵਿੱਚ ਬੰਸਰੀ ਵਜਾਉਂਦਾ ਸੀ। ਉਹਦੀ ਮਾਂ ਹਮੇਸ਼ਾ ਉਹਨੂੰ ਕਹਿੰਦੀ ਕਿ ਇਹ ਸਭ ਉਹਦੀ ਕਲਪਨਾ ਹੈ, ਪਰ ਕੁਝ ਕਰ ਨਾ ਸਕੀ। ਪਰ ਕਮਰੇ ਵਿੱਚ ਪੱਤੇ ਵੀ ਵਿਖਦੇ ਸੀ ਜੋ ਉਹਨੂੰ ਉਲਝਣ ਵਿੱਚ ਪਾ ਦਿੰਦੇ ਸੀ। ਵੈਂਡੀ ਹਮੇਸ਼ਾ ਕਹਿੰਦੀ ਸੀ ਕਿ ਪੱਤੇ ਪੀਟਰ ਪੈਨ ਤੋਂ ਡਿੱਗਦੇ ਨੇ। ਇੱਕ ਰਾਤ ਜਦੋਂ ਉਹਨਾਂ ਦੇ ਮਾਪਿਓ ਬਾਹਰ ਗਏ ਹੋਏ ਸੀ ਤੇ ਬੱਚਿਆਂ ਨੂੰ ਘਰ ਇਕੱਲਾ ਛੱਡ ਦਿੱਤਾ ਸੀ, ਤਾਂ ਜਦੋਂ ਉਹਨਾਂ ਨੂੰ ਨੀਂਦ ਆਈ ਤੇ ਉਹ ਸਾਰੇ ਸੌਂ ਗਏ, ਪੀਟਰ ਪੈਨ ਕਮਰੇ ਵਿੱਚ ਆਇਆ ਤੇ ਉਹਨਾਂ ਪੱਤਿਆਂ ਨੂੰ ਲੱਭਣ ਲੱਗਾ ਜੋ ਉੱਥੇ ਛੁੱਟ ਗਏ ਸੀ। ਉਸੇ ਵੇਲੇ ਵੈਂਡੀ ਜਾਗ ਗਈ। ਪੀਟਰ ਪੈਨ, ਮੈਂ ਤੁਹਾਡਾ ਹੀ ਇੰਤਜ਼ਾਰ ਕਰ ਰਹੀ ਸੀ। ਤੁਸੀਂ ਅਸਲੀ ਹੋ, ਇਸ ਤੇ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਹੈ। ਵੈਂਡੀ ਨੇ ਪੀਟਰ ਨੂੰ ਪੱਤੇ ਵਾਪਸ ਕਰ ਦਿੱਤੇ ਜਿਨ੍ਹਾਂ ਨੂੰ ਉਹ ਪੀਟਰ ਦੇ ਲਈ ਲਕੋ ਰਹੀ ਸੀ। ਉਹਨੂੰ ਪੀਟਰ ਬਹੁਤ ਪਸੰਦ ਆਇਆ ਤੇ ਇਸ ਲਈ ਉਹਨੇ ਪੱਤੇ ਦੁਬਾਰਾ ਕੱਪੜਿਆਂ ਤੇ ਸੀ ਦਿੱਤੇ। ਵਿੰਡੀ,
ਕੀ ਮੈਂ ਤੈਨੂੰ ਇੱਕ ਬਹਾਦਰੀ ਦੀ ਕਥਾ ਸੁਣਾ ਸਕਦਾ ਹਾਂ? ਮੈਂ ਕੋਈ ਸਾਹਸਕ ਕਹਾਣੀ ਨਹੀਂ ਸੁਣਨੀ ਹੈ। ਮੈਂ ਇੱਕ ਪੀਟਰ ਪੈਨ ਵਾਂਗ ਜੀਣਾ ਚਾਹਨੀ ਆ। ਉਸੇ ਵੇਲੇ ਪੀਟਰ ਦੀ ਛੋਟੀ ਦੋਸਤ ਪਰੀ ਟਿੰਕਰ ਬੈਲ ਖਿੜਕੀ ਤੋਂ ਅੰਦਰ ਆਈ। ਮੈਨੂੰ ਪਤਾ ਸੀ ਕਿ ਤੁਸੀਂ ਇੱਥੇ ਹੀ ਮਿਲੋਗੇ। ਕਿ ਤੁਸੀਂ ਮੇਰੇ ਬਿਨਾ ਇੱਕ ਨਵੀਂ ਹਿੰਮਤ ਦੀ ਤਿਆਰੀ ਕਰ ਰਹੇ ਸੀ? ਤੂੰ ਜਾਣਦੀ ਹੈ ਕਿ ਤੇਰੇ ਬਿਨਾ ਮੇਰੇ ਲਈ ਕੁਝ ਕਰ ਪਾਣਾ ਸੌਖਾ ਨਹੀਂ ਹੈ। ਵੈਂਡੀ ਨੇ ਆਪਣੇ ਭਰਾ ਨੂੰ ਜਗਾਇਆ। ਉਹਨਾਂ ਨੇ ਪੀਟਰ ਪੈਨ ਤੇ ਟਿੰਕਰ ਬੈਲ ਨੂੰ ਹੈਰਾਨ ਹੋ ਕੇ ਵੇਖਿਆ। ਅੱਛਾ ਤਾਂ ਤੂੰ ਆਉਣ ਦੇ ਲਈ ਤਿਆਰ ਹੈ? ਟਿੰਕਰ ਬੈਲ ਨੇ ਪਰਾਂ ਤੋਂ ਧੂੜ ਝਟਕੀ ਤੇ ਬੰਦ ਕਰ ਲਏ ਤੇ ਉਹ ਹਵਾ ਵਿੱਚ ਤੈਰ ਗਏ। ਸਭ ਨੇ ਇਕੱਠਿਆਂ ਹੀ ਘਰ ਛੱਡਿਆ। ਲੰਮੇ ਸਫ਼ਰ ਤੋਂ ਬਾਅਦ ਉਹ ਨੈਵਰਲੈਂਡ ਪਹੁੰਚੇ ਅਤੇ ਉੱਥੇ ਉਹਨਾਂ ਨੂੰ ਮਿਲੇ ਜਲ ਪਰੀਆਂ, ਜੰਗਲੀ ਜਾਨਵਰ, ਇੰਡੀਅਨ ਸਮੁੰਦਰੀ ਡਾਕੂ ਤੇ ਗਵਾਚੇ ਹੋਏ ਮੁੰਡੇ ਵੀ ਉੱਥੇ ਸੀ। ਉਹਨਾਂ ਸਭ ਵਿੱਚੋਂ ਸਭ ਤੋਂ ਖਤਰਨਾਕ ਸੀ ਕੈਪਟਨ ਹੁੱਕ। ਕੈਪਟਨ ਹੁੱਕ ਪੀਟਰ ਪੈਨ ਦਾ ਦੁਸ਼ਮਣ ਸੀ। ਇਸ ਦੀ ਵਜ੍ਹਾ ਇਹ ਸੀ ਕਿ ਇੱਕ ਵਾਰ ਜਦੋਂ ਉਹ ਲੜ ਰਹੇ ਸੀ, ਪੀਟਰ ਨੇ ਉਹਦਾ ਹੱਥ ਕੱਟਿਆ ਸੀ ਅਤੇ ਇੱਕ ਵੱਡੇ ਮਗਰਮੱਛ ਨੇ ਉਹ ਖਾ ਲਿਆ ਸੀ। ਉਹਦੇ ਹੱਥ ਦੇ ਨਾਲ ਉਹਨੇ ਉਹਦੀ ਘੜੀ ਵੀ ਨਿਗਲ ਲਈ ਸੀ ਤੇ ਇਸ ਲਈ ਮਗਰਮੱਛ ਹਮੇਸ਼ਾ ਟਿਕ ਟਾਕ ਆਵਾਜ਼ਾਂ ਕਰਦਾ ਸੀ। ਇਸ ਕਰਕੇ ਕੈਪਟਨ ਹੁੱਕ ਨੂੰ ਹਮੇਸ਼ਾ ਪਤਾ ਚੱਲ ਜਾਂਦਾ ਸੀ ਕਿ ਮਗਰਮੱਛ ਨੇੜੇ ਹੀ ਹੈ, ਉਹਦੀ ਟਿਕ ਟਾਕ ਆਵਾਜ਼ ਦੀ ਵਜ੍ਹਾ ਕਰਕੇ। ਡੈਕ ਤੇ ਆਪਣੀ ਦੂਰਬੀਨ ਤੋਂ ਚਾਰੋਂ ਪਾਸੇ ਵੇਖਦੇ ਹੋਏ ਕਪਤਾਨ ਨੂੰ ਸਾਹਮਣੇ ਦੀ ਪਹਾੜੀ ਤੇ ਪੀਟਰ ਪੈਨ ਬੱਚਿਆਂ ਦੇ ਨਾਲ ਨਜ਼ਰ ਆਇਆ। ਉਹਨੇ ਉਸੇ ਵੇਲੇ ਆਦਮੀਆਂ ਨੂੰ ਤੋਪਾਂ ਵਿੱਚੋਂ ਅੱਗ ਵਰਸਾਉਣ ਦਾ ਹੁਕਮ ਦਿੱਤਾ। ਪੀਟਰ ਪੈਨ ਤੇ ਬੱਚਿਆਂ ਨੂੰ ਤੋਪਾਂ ਤੋਂ ਦੂਰ ਲੈ ਜਾਣਾ ਬਹੁਤ ਔਖਾ ਸੀ। ਟਿੰਕਰ ਬੈਲ, ਤੂੰ ਬੱਚਿਆਂ ਨੂੰ ਸੁਰੱਖਿਅਤ ਥਾਂ ਤੇ ਲੈ ਜਾ, ਮੈਂ ਹੁੱਕ ਨਾਲ ਨਿਪਟਦਾ। ਟਿੰਕਰ ਬੈਲ ਨੂੰ ਵੈਂਡੀ ਤੋਂ ਬਹੁਤ ਜਲਨ ਹੁੰਦੀ ਸੀ, ਇਸ ਕਰਕੇ ਉਹ ਉਹਨੂੰ ਪੀਟਰ ਪੈਨ ਤੋਂ ਦੂਰ ਰੱਖਣਾ ਚਾਹੁੰਦੀ ਸੀ। ਕੁਝ ਬਹਾਨਾ ਬਣਾ ਕੇ ਉਹ ਵੈਂਡੀ ਨੂੰ ਉੱਥੇ ਹੀ ਪਹਾੜੀ ਤੇ ਛੱਡ ਕੇ ਜੇਨ ਤੇ ਮਾਈਕਲ ਨੂੰ ਸਮੁੰਦਰ ਤੱਟ ਤੇ ਇੱਕ ਸੁਰੱਖਿਅਤ ਥਾਂ ਤੇ ਲੈ ਆਈ। ਟਾਪੂ ਤੇ ਰਹਿਣ ਵਾਲੇ ਇੱਕ ਗਵਾਚੇ ਹੋਏ ਮੁੰਡੇ ਨੇ ਵੈਂਡੀ ਨੂੰ ਦੂਰ ਤੋਂ ਵੇਖਿਆ। ਉਸ ਵੇਲੇ ਪੀਟਰ ਪੈਨ ਕੈਪਟਨ ਹੁੱਕ ਨਾਲ ਲੜ ਰਿਹਾ ਸੀ, ਪਰ ਅਚਾਨਕ ਉਹਦੀ ਬਾਂਹ ਖਾਣ ਵਾਲੇ ਮਗਰਮੱਛ ਨੂੰ ਸਾਹਮਣੇ ਵੇਖ ਕੇ ਡਰ ਦੇ ਮਾਰੇ ਹੁੱਕ ਭੱਜ ਗਿਆ। ਜਦੋਂ ਪੀਟਰ ਪੈਨ ਵਾਪਸ ਆ ਰਿਹਾ ਸੀ ਤਾਂ ਉਹਨੇ ਵੈਂਡੀ ਨੂੰ ਚੱਟਾਨ ਤੇ ਜ਼ਖਮੀ ਪਏ ਹੋਏ ਵੇਖਿਆ। ਇਹ ਵੇਖ ਕੇ ਉਹ ਬਹੁਤ ਪਰੇਸ਼ਾਨ ਹੋ ਗਿਆ। ਗਵਾਚੇ ਹੋਏ ਮੁੰਡਿਆਂ ਨੂੰ ਅਫਸੋਸ ਹੋ ਰਿਹਾ ਸੀ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਵੈਂਡੀ ਦੁਸ਼ਮਣ ਨਹੀਂ ਸਗੋਂ ਪੀਟਰ ਦੀ ਦੋਸਤ ਹੈ। ਮੈਂ ਬੱਚਿਆਂ ਨੂੰ ਤੇਰੇ ਸਹਾਰੇ ਛੱਡਿਆ ਸੀ। ਟਿੰਕਰ ਬੈਲ ਨੂੰ ਵੀ ਬਹੁਤ ਦੁੱਖ ਹੋਇਆ। ਮੈਨੂੰ ਮਾਫ ਕਰ ਦੇ ਪੀਟਰ, ਦੁਬਾਰਾ ਏਦਾਂ ਕਦੇ ਨਹੀਂ ਹੋਵੇਗਾ, ਮੈਂ ਵਾਅਦਾ ਕਰਦੀ ਆਂ। ਗਵਾਚੇ ਹੋਏ ਬੱਚਿਆਂ ਨੇ ਵੈਂਡੀ ਤੇ ਉਹਦੇ ਭਰਾ ਦੇ ਲਈ ਇੱਕ ਸੋਹਣਾ ਜਿਹਾ ਘਰ ਬਣਾਇਆ। ਰਾਤ ਨੂੰ ਉਹ ਸਾਰੇ ਪੇੜਾਂ ਦੇ ਥੱਲੇ ਘਰ ਵਿੱਚ ਸੌਂਦੇ ਤੇ ਵੈਂਡੀ ਦੀ ਕਹਾਣੀਆਂ ਨੂੰ ਸੁਣਦੇ ਸੀ ਤੇ ਪੀਟਰ ਘਰ ਦੇ ਬਾਹਰ ਨਿਗਰਾਨੀ ਕਰਦਾ ਸੀ। ਇੱਕ ਦਿਨ ਜਦੋਂ ਉਹ ਚੱਟਾਨ ਤੇ ਆਰਾਮ ਕਰ ਰਹੇ ਸੀ ਤਾਂ ਉਹਨਾਂ ਨੇ ਸਮੁੰਦਰੀ ਡਾਕੂਆਂ ਨੂੰ ਆਉਂਦੇ ਹੋਏ ਵੇਖਿਆ। ਸਮੁੰਦਰੀ ਡਾਕੂਆਂ ਨੇ ਭਾਰਤੀ ਪ੍ਰਮੁੱਖ ਦੀ ਬੇਟੀ ਨੂੰ ਬੰਦਕ ਬਣਾ ਲਿਆ ਸੀ। ਪੀਟਰ ਪੈਨ ਤੇ ਮੁੰਡੇ ਪ੍ਰਮੁੱਖ ਦੀ ਬੇਟੀ ਨੂੰ ਬਚਾਉਣ ਵਾਸਤੇ ਗਏ। ਉਹਨਾਂ ਦੇ ਤੇ ਸਮੁੰਦਰੀ ਡਾਕੂਆਂ ਦੇ ਵਿਚਕਾਰ ਲੜਾਈ ਹੋਈ। ਆਖਰ ਵਿੱਚ ਉਹਨਾਂ ਨੇ ਬੇਟੀ ਨੂੰ ਬਚਾ ਲਿਆ ਤੇ ਉਸ ਨੂੰ ਪ੍ਰਮੁੱਖ ਦੇ ਕੋਲ ਲੈ ਗਏ। ਉਸ ਦਿਨ ਤੋਂ ਬਾਅਦ ਇੰਡੀਅਨਸ ਪੀਟਰ ਪੈਨ ਤੇ ਗਵਾਚੇ ਹੋਏ ਮੁੰਡਿਆਂ ਦੇ ਬਹੁਤ ਚੰਗੇ ਦੋਸਤ ਬਣ ਗਏ। ਇੰਨਾ ਹੀ ਨਹੀਂ, ਮੁੱਖ ਮੰਤਰੀ ਨੇ ਮੁੰਡਿਆਂ ਦੀ ਹਿਫਾਜ਼ਤ ਦੇ ਲਈ ਆਪਣੇ 2 ਵਧੀਆ ਬੰਦਿਆਂ ਨੂੰ ਪੀਟਰ ਪੈਨ ਦੇ ਨਾਲ ਰਹਿਣ ਦਾ ਹੁਕਮ ਦਿੱਤਾ। ਬੇਸ਼ੱਕ ਕੈਪਟਨ ਹੁੱਕ ਇਸ ਬਾਰੇ ਵਿੱਚ ਨਾਰਾਜ਼ ਸਨ। ਇੱਕ ਦਿਨ ਮੈਂ ਤੈਨੂੰ ਹਰਾਵਾਂਗਾ ਪੀਟਰ ਪੈਨ, ਤੇ ਤੂੰ ਮੇਰੇ ਤੋਂ ਬਚ ਨਹੀਂ ਸਕੇਗਾ। ਇੱਕ ਰਾਤ ਜਦੋਂ ਵੈਂਡੀ ਆਪਣੇ ਪਰਿਵਾਰ ਦੀ ਕਹਾਣੀ ਦੱਸ ਰਹੀ ਸੀ ਤਾਂ ਪੀਟਰ ਨੂੰ ਅਹਿਸਾਸ ਹੋਇਆ ਕਿ ਉਹ ਤੇ ਉਹਦੇ ਭਰਾ
ਪਰਿਵਾਰ ਨੂੰ ਕਿੰਨਾ ਯਾਦ ਕਰ ਰਹੇ ਨੇ। ਇਸ ਕਰਕੇ ਉਹਨੇ ਕਿਹਾ ਕਿ ਜੇ ਉਹ ਚਾਹੁੰਦੇ ਨੇ ਤਾਂ ਵਾਪਸ ਜਾ ਸਕਦੇ ਨੇ, ਪਰ ਉਹ ਰਹਿਣਾ ਚਾਹੁੰਦੇ ਸੀ। ਜਦ ਉਹ ਲੰਮੇ ਸਫ਼ਰ ਦੇ ਲਈ ਪੈਕਿੰਗ ਕਰ ਰਹੇ ਸੀ ਤਾਂ ਸਮੁੰਦਰੀ ਡਾਕੂਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਭਾਰਤੀਆਂ ਦੇ ਲਈ ਜਾਲ ਫੈਲਾ ਕੇ ਉਹਨਾਂ ਨੂੰ ਪਕੜਨ ਤੋਂ ਬਾਅਦ ਸਮੁੰਦਰੀ ਡਾਕੂਆਂ ਨੇ ਮੁੰਡਿਆਂ ਨੂੰ ਫੜ ਲਿਆ। ਪੀਟਰ ਪੈਨ ਘਰ ਵਿੱਚ ਸੌਂ ਰਿਹਾ ਸੀ ਤੇ ਮੁੰਡਿਆਂ ਦੇ ਨਾਲ ਕੀ ਹੋਇਆ ਇਸ ਗੱਲ ਤੋਂ ਅਣਜਾਣ ਸੀ। ਕੈਪਟਨ ਹੁੱਕ ਨੇ ਉਹਨੂੰ ਸੌਂਦੇ ਹੋਏ ਵੇਖ ਲਿਆ ਸੀ, ਪਰ ਉਹ ਪੀਟਰ ਪੈਨ ਦੇ ਘਰ ਦਾ ਦਰਵਾਜ਼ਾ ਖੋਲ੍ਹ ਨਹੀਂ ਸਕੇ। ਫਿਰ ਵੀ ਉਹਨਾਂ ਨੇ ਆਪਣੇ ਨਾਲ ਲਿਆਇਆ ਹੋਇਆ ਜ਼ਹਿਰ ਦਰਵਾਜ਼ੇ ਦੇ ਥੱਲੇ ਦੀ ਬੋਤਲਾਂ ਵਿੱਚ ਭਰ ਦਿੱਤਾ, ਜਿਸ ਕਰਕੇ ਪੀਟਰ ਦੇਰ ਤੱਕ ਸੌਂਦਾ ਰਿਹਾ। ਪੀਟਰ ਪੈਨ ਪੂਰਾ ਦਿਨ ਸੁੱਤਾ ਰਿਹਾ ਤੇ ਜਦੋਂ ਉਹ ਉੱਠਿਆ, ਟਿੰਕਰ ਬੈਲ ਅੰਦਰ ਆਈ। ਜੋ ਕੁਝ ਵੀ ਮੁੰਡਿਆਂ ਦੇ ਨਾਲ ਹੋਇਆ ਇਹ ਦੱਸਣ ਤੇ ਪੀਟਰ ਪੈਨ ਤੇ ਟਿੰਕਰ ਬੈਲ ਮੁੰਡਿਆਂ ਨੂੰ ਬਚਾਉਣ ਵਾਸਤੇ ਤੁਰ ਪਏ। ਜਦੋਂ ਸਮੁੰਦਰੀ ਡਾਕੂਆਂ ਦੇ ਮੁੱਖ ਆਫਿਸ ਹੈਪੀ ਰੌਕ ਤੇ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਪਹਿਰੇਦਾਰੀ ਤੇ ਕੋਈ ਸਮੁੰਦਰੀ ਡਾਕੂ ਨਹੀਂ ਸੀ। ਜਦੋਂ ਚੱਟਾਨ ਦੇ ਦੂਜੇ ਪਾਸੇ ਗਏ ਤਾਂ ਉੱਥੇ ਦਾ ਨਜ਼ਾਰਾ ਵੇਖ ਕੇ ਹੈਰਾਨ ਰਹਿ ਗਏ। ਵੈਂਡੀ, ਜੇਨ, ਮਾਈਕਲ ਤੇ ਗਵਾਚੇ ਹੋਏ ਮੁੰਡੇ ਸਾਰੇ ਖੰਭਿਆਂ ਨਾਲ ਬੰਨੇ ਹੋਏ ਸੀ ਤੇ ਕੈਪਟਨ ਹੁੱਕ ਹੱਥ ਵਿੱਚ ਜਲਦੀ ਹੋਈ ਮਸ਼ਾਲ ਫੜੀ ਖੜਾ ਸੀ। ਤੁਹਾਡੀ ਆਖਰੀ ਇੱਛਾ ਕੀ ਹੈ? ਵੈਂਡੀ, ਜੋ ਸਭ ਤੋਂ ਵੱਡੀ ਸੀ, ਉਹਨੇ ਬੋਲਣਾ ਸ਼ੁਰੂ ਕੀਤਾ। ਪਿਆਰੇ ਦੋਸਤੋ, ਮੇਰੇ ਆਖਰੀ ਸ਼ਬਦ ਉਹ ਹੋਣਗੇ ਜੋ ਤੁਹਾਡੀ ਮਾਂ ਨੇ ਦੱਸੇ ਹੋਣਗੇ। ਜੇ ਅੱਜ ਉਹ ਇੱਥੇ ਹੁੰਦੀ ਤਾਂ ਕਹਿੰਦੀ ਕਿ ਡਰਨ ਦੀ ਕੋਈ ਗੱਲ ਨਹੀਂ ਤੇ ਨਿਡਰਤਾ ਨਾਲ ਆਪਣੀ ਮੌਤ ਦਾ ਸਾਹਮਣਾ ਕਰੋ। ਹਿੰਮਤ ਵਾਲੇ ਬਣੋ, ਦਿਆਲੁਤਾ ਹਮੇਸ਼ਾ ਜਿੱਤਦੀ ਹੈ। ਵੈਂਡੀ ਦੇ ਬੋਲ ਸੁਣ ਕੇ ਕੈਪਟਨ ਹੁੱਕ ਨੂੰ ਬੜਾ ਗੁੱਸਾ ਆਇਆ। ਉਹ ਉਹਨੂੰ ਕਿਸ਼ਤੀ ਤੇ ਲੈ ਆਇਆ ਤੇ ਇੱਕ ਵੱਡੇ ਖੰਭੇ ਨਾਲ ਬੰਨ੍ਹ ਦਿੱਤਾ। ਇਸੇ ਵੇਲੇ ਪੀਟਰ ਪੈਨ ਤੇ ਟਿੰਕਰ ਬੈਲ ਮੁੰਡਿਆਂ ਨੂੰ ਬਚਾਉਣ ਵਾਸਤੇ ਉੱਥੇ ਆ ਪਹੁੰਚੇ। ਇਸੇ ਵੇਲੇ ਭਾਰਤੀ ਤੇ ਉਹਨਾਂ ਦੇ ਪ੍ਰਮੁੱਖ ਵੀ ਉੱਥੇ ਮਦਦ ਦੇ ਲਈ ਆ ਪਹੁੰਚੇ। ਇਸ ਨਾਲ ਪੀਟਰ ਪੈਨ ਬਹੁਤ ਖੁਸ਼ ਹੋਇਆ ਕਿਉਂਕਿ ਉਹਨਾਂ ਦੀ ਮਦਦ ਨਾਲ ਉਹਨਾਂ ਨੇ ਮੁੰਡਿਆਂ ਨੂੰ ਬਚਾ ਲਿਆ। ਹੁਣ ਵੈਂਡੀ ਨੂੰ ਛੁਡਾਉਣ ਦਾ ਸਮਾਂ ਸੀ। ਪੀਟਰ ਪੈਨ ਤੇ ਮੁੰਡੇ ਕੈਪਟਨ ਹੁੱਕ ਦੇ ਜਹਾਜ਼ ਤੇ ਪਹੁੰਚੇ, ਜਿੱਥੇ ਕੁਝ ਸਮੁੰਦਰੀ ਡਾਕੂ ਬਚੇ ਹੋਏ ਸੀ। ਤੇ ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਹੁਣ ਉਹਨਾਂ ਦੀ ਸ਼ਾਮਤ ਆ ਗਈ ਹੈ, ਉਹ ਜਹਾਜ਼ ਤੋਂ ਕੁੱਦ ਗਏ। ਹੁੱਕ, ਛੁਪਣ ਦੇ ਲਈ ਕੋਈ ਥਾਂ ਨਹੀਂ ਹੈ, ਸਮਰਪਣ ਕਰ ਦੇ। ਪੀਟਰ ਪੈਨ ਤੇ ਮੁੰਡਿਆਂ ਨੇ ਕੈਪਟਨ ਹੁੱਕ ਵੱਲ ਵਧਣਾ ਸ਼ੁਰੂ ਕੀਤਾ ਤਾਂ ਜੋ ਪਿੱਛੇ ਵੱਲ ਚੱਲ ਸਕੇ। ਤੇ ਅਚਾਨਕ ਉਸਨੇ ਇੱਕ ਆਵਾਜ਼ ਸੁਣੀ, ਉਹ ਆਵਾਜ਼ ਜਿਸ ਦਾ ਉਹਨੂੰ ਸਭ ਤੋਂ ਜ਼ਿਆਦਾ ਡਰ ਸੀ। ਡਰ ਦੇ ਮਾਰੇ ਕੈਪਟਨ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਮਗਰਮੱਛ ਉਹਦਾ ਪਾਣੀ ਵਿੱਚ ਡਿੱਗਣ ਦਾ ਇੰਤਜ਼ਾਰ ਕਰ ਰਿਹਾ ਸੀ। ਬਚਾਓ! ਪਲਕ ਝਪਕਦੇ ਹੀ ਉਹ ਕਿਸ਼ਤੀ ਦੇ ਦੂਜੇ ਪਾਸੇ ਭੱਜਿਆ ਤੇ ਪਾਣੀ ਵਿੱਚ ਕੁੱਦ ਗਿਆ ਤੇ ਜਿੰਨਾ ਛੇਤੀ ਹੋ ਸਕਦਾ ਸੀ ਤੈਰਨ ਲੱਗਿਆ। ਪੀਟਰ ਤੇ ਮੁੰਡੇ ਹੱਸਣ ਲੱਗ ਪਏ। ਉਸ ਪਲ ਤੋਂ ਹੁੱਕ ਦਾ ਜਹਾਜ਼ ਮੁੰਡਿਆਂ ਦਾ ਸੀ ਤੇ ਉਹਨਾਂ ਦਾ ਕਪਤਾਨ ਪੀਟਰ ਪੈਨ ਸੀ। ਅਸੀਂ ਤੁਹਾਡੇ ਹੁਕਮ ਦੇ ਲਈ ਤਿਆਰ ਹਾਂ ਕੈਪਟਨ ਪੀਟਰ। ਚਲੋ ਚੱਲਦੇ ਹਾਂ। ਮੁੰਡਿਆਂ ਨੇ ਰੱਸੀਆਂ ਨੂੰ ਉਤਾਰ ਦਿੱਤਾ ਤੇ ਪਾਲੀਆਂ ਆਪਣੀ ਪੂਰੀ ਤਾਕਤ ਨਾਲ ਉੱਠੀਆਂ। ਟਿੰਕਰ ਬੈਲ, ਚਲੋ ਉੜਦੇ ਹਾਂ ਡਾਰਲਿੰਗ ਪਰਿਵਾਰ ਘਰ ਦੇ ਵੱਲ। ਬੱਚੇ ਸੁਣ ਕੇ ਬਹੁਤ ਖੁਸ਼ ਹੋਏ। ਵੈਂਡੀ, ਜੈਨ, ਮਾਈਕਲ ਆਪਣੇ ਮਾਪਿਓ ਦੇ ਕੋਲ ਜਾ ਰਹੇ ਸੀ, ਜਿਨ੍ਹਾਂ ਨੂੰ ਬਹੁਤ ਯਾਦ ਕਰ ਰਹੇ ਸੀ। ਜਦੋਂ ਟਿੰਕਰ ਬੈਲ ਨੇ ਪਰਾਂ ਤੋਂ ਧੂੜ ਝਟਕੀ ਤਾਂ ਅਚਾਨਕ ਜਹਾਜ਼ ਹਵਾਈ ਜਹਾਜ਼ ਬਣ ਗਿਆ ਤੇ ਆਕਾਸ਼ ਵਿੱਚ ਉੱਡਣ ਲੱਗਾ। ਵੈਂਡੀ ਘਰ ਜਾਣ ਦੇ ਲਈ ਤੇ ਉਹਨਾਂ ਨੂੰ ਪੀਟਰ ਪੈਨ, ਟਿੰਕਰ ਬੈਲ ਤੇ ਨੈਵਰਲੈਂਡ ਦੇ ਬਾਰੇ ਵਿੱਚ ਦੱਸਣ ਲਈ ਬੇਤਾਬ ਸੀ। ਉਸ ਦਿਨ ਤੋਂ ਨੈਵਰਲੈਂਡ ਉਹਨਾਂ ਦਾ ਦੂਜਾ ਘਰ ਸੀ ਤੇ ਪੀਟਰ ਪੈਨ ਉਹਨਾਂ ਦਾ ਸਭ ਤੋਂ ਚੰਗਾ ਦੋਸਤ।